फस्ट ऑफ ऑल तो जी लाइफ की पहली अचीवमेंट होंगी है सब तो वड्डी अचीवमेंट होंगी है जी। तो मेरी लाइफ की पहली अचीवमेंट जो मैं 9 साल का सी उदों मेरा नाम इंडिया बुक ऑफ रिकॉर्ड्स ते वर्ल्ड रिकॉर्ड्स इंडिया दर्ज होया सी एज द यंगेस्ट वैबसाइट डिवेलपर। उदों मैं कुछ वैबसाइट्स बनाई सी एंड उन्होंने डोनेट किया सी जिस करके मैंने ये रिकॉर्ड मिलया सी। मैं जे पूछा तुहाडी उम्र कितनी है? हले मैं 12 साल दी। गल की जाए कोरोना तो 2020-21 ਦੇ ਵਿੱਚ ਬਹੁਤ ਜ਼ਿਆਦਾ ਦੇਸ਼ ਨੂੰ ਵੱਡਾ ਝਟਕਾ ਵੀ ਲੱਗਾ ਕਰੋਨਾ, ਯਾਨੀ ਤੁਸੀਂ ਉਦੋਂ ਕਰੀਬ 10-11 ਸਾਲ ਦੇ ਸੀ। जी ਸੋ ਮਿਸ਼ਨ ਫਤਿਹ ਜਿਹੜਾ ਚਲਾਇਆ ਗਿਆ ਸੀ ਅਭਿਆਨ, ਉਹਦੀ ਵੈਬਸਾਈਟ ਜਿਹੜੀ ਸੀ ਉਹ ਤੁਹਾਡੇ ਵੱਲੋਂ ਹੈਂਡਲ जी ਉਹਦੀ ਵੈਬਸਾਈਟ ਵੀ ਤੇ ਪਲੱਸ ਜਿੰਨੇ ਵੀ ਪ੍ਰੀਕਾਸ਼ਨਸ ਦੇ ਵੀਡੀਓਜ਼ ਸੀਗੇ 11 ਪ੍ਰੀਕਾਸ਼ਨਸ ਦੇ ਹਰ ਇੱਕ ਪ੍ਰੀਕਾਸ਼ਨ ਲਈ ਮੈਂ ਸਿੰਗਲ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ। ਵੈਬਸਾਈਟ ਤੋਂ ਇਲਾਵਾ ਮਿਦਾਸ਼ ਹੋਰ ਤੁਸੀਂ ਕੀ ਕੁਝ ਕਰਦੇ ਹੋ? ਵੈਬਸਾਈਟ ਤੋਂ ਇਲਾਵਾ ਮੈਂ ਹੁਣ ਜਿੱਦਾਂ ਬਲੌਕਚੇਨ ਦੇ ਵਿੱਚ ਵੀ ਆਪਣਾ ਕੰਮ ਕਰ ਰਹੀ ਹਾਂ। ਬਲੌਕਚੇਨ ਆਉਣ ਵਾਲੀ ਜਿਹੜੀ ਟੈਕਨੋਲੋਜੀ ਹੈ ਉਹਦਾ ਨਾਮ ਹੈ ਐਂਡ ਜਿੱਦਾਂ ਹੁਣ ਅੱਜ ਦੀ ਡੇਟ ਦੇ ਵਿੱਚ ਆਪਾਂ ਇੰਟਰਨੈਟ ਦੇ ਜ਼ਮਾਨੇ 'ਚ ਜੀ ਰਹੇ ਹਾਂ। ਇੰਟਰਨੈਟ ਨੇ ਜਿੱਦਾਂ ਸਾਡੀ ਦੁਨੀਆ ਬਦਲੀ ਸੀ ਉਸੇ ਤਰੀਕੇ ਨਾਲ ਹੁਣ ਬਲੌਕਚੇਨ ਵੈਬ 3.0 ਦੁਨੀਆ ਬਦਲਣ ਜਾ ਰਿਹਾ ਹੈ। ਤੇ ਮੈਂ ਨਹੀਂ ਸੋਚਿਆ ਸੀ ਵੀ ਮੈਨੂੰ ਇੰਨੀ ਅਚੀਵਮੈਂਟਸ ਮਿਲ ਜਾਣਗੀਆਂ ਐਂਡ ਮੇਰੀ ਲਾਈਫ ਦੀ ਜਿਹੜੀ ਸਭ ਤੋਂ ਵੱਡੀ ਅਚੀਵਮੈਂਟ ਹੈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, ਉਹਦੇ ਵਿੱਚ ਵੀ ਮੇਰਾ ਨਾਮ ਆਇਆ ਐਂਡ 29 ਬੱਚੇ ਸਿਲੈਕਟ ਕੀਤੇ ਗਏ ਸੀ ਜਿਨ੍ਹਾਂ ਤੋਂ 6 ਬੱਚਿਆਂ ਨੂੰ ਮੌਕਾ ਮਿਲਿਆ ਸੀ ਗੱਲ ਕਰਨ ਦਾ ਤੇ ਉਹਨਾਂ 'ਚੋਂ ਇੱਕ ਮੈਂ ਸੀ। मतलब एक ड्रीम जा लग रहा सी कि सच्ची ये हो सकता है कि इन्ना छोटा जिहा मिधाश माँ बाप ਲਈ दिशा उन्होंने बच्चों को करवानी चाहिए है। और एक जी इंपॉर्टेंट चीज़ है कि जी नो थ्योरी हैगी है कि तू आ नहीं कर सकता बेटे तेरे वास्ते ही नहीं हैगा। तुसीं तां गल कर रहे हो कि चलो कल्टीवेट करन दी पता जनरल घरां दे अंदर ही ये चीज़ां आम ਜਿਹੜੀਆਂ ਲੋਕਾਂ ਦੇ ਮਾਂ-ਬਾਪ ਤੋਂ ਸੁਣਨ ਉਹ ਬੇਟੇ ਤੂੰ ਇੱਧਰ ਬਹਿ ਜਾ ਤੇਰੇ ਬਸ ਦਾ ਕੰਮ ਨਹੀਂ ਹੈਗਾ ਤੂੰ ਇਦਾਂ ਨਾ ਕਰ ਤੂੰ ਉੱਦਾਂ ਨਾ ਕਰ। ਕਿੰਨੀ ਵਾਰੀ ਤਾਂ ਆਪਾਂ ਨੋ ਕਰਦੇ ਰਹਿੰਦੇ ਆ ਤੇ ਉਹਦੇ ਫਿਰ ਉਹ ਯੈਸ ਮੈਨ ਕਦੋਂ ਬਣੂਗਾ? ਕਦੇ ਵੀ ਨਹੀਂ ਬਣ ਸਕਦਾ ਉਹ। ਬੱਚਿਆਂ ਨੂੰ ਭਵਿੱਖ ਦੇ ਨਿਰਮਾਤਾ ਕਿਹਾ ਜਾਂਦਾ ਹੈ ਤੇ ਜਿਉਂ-ਜਿਉਂ ਸੰਸਾਰ ਦੇ ਵਿੱਚ ਟੈਕਨੋਲੋਜੀ ਪ੍ਰਫੁੱਲਿਤ ਹੁੰਦੀ ਜਾ ਰਹੀ ਹੈ ਉਸੇ ਤਰ੍ਹਾਂ ਸੰਸਾਰ ਦੇ ਵਿੱਚ ਬੱਚੇ ਆਪਣਾ ਇੱਕ ਵੱਖਰਾ ਯੋਗਦਾਨ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਹੰਭਲਾ ਮਾਰਦੇ ਹੋਏ ਅਣਥੱਕ ਮਿਹਨਤ ਦੇ ਸਦਕਾ ਉਹਨਾਂ ਦੇ ਵੱਲੋਂ ਜਿੱਥੇ ਸਮਾਜ ਨੂੰ ਇੱਕ ਵੱਖਰਾ ਯੋਗਦਾਨ ਦਿੱਤਾ ਜਾ ਰਿਹਾ ਹੈ ਉੱਥੇ ਹੀ ਸਫਲਤਾ ਦੀਆਂ ਉਚਾਈਆਂ ਨੂੰ ਛੂੰਹਦੇ ਨਜ਼ਰ ਆ ਰਹੇ ਨੇ। ਅਜਿਹੇ ਸਫਲਤਾਵਾਂ ਦੀਆਂ ਉਚਾਈਆਂ ਨੂੰ ਛੂੰਹਦੇ ਹੋਏ ਕਿੱਸੇ ਤੁਸੀਂ ਪਹਿਲਾਂ ਵੀ ਬਹੁਤ ਸੁਣੇ ਹੋਣਗੇ, ਪਰ ਅਸੀਂ ਤੁਹਾਨੂੰ ਇੱਕ ਅਜਿਹੇ ਬੱਚੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ। ਜੀ ਹਾਂ, ਸਕਾਈ ਨਿਊਜ਼ ਪੰਜਾਬ ਤੇ ਅੱਜ ਤੁਹਾਨੂੰ ਇੰਟਰੋਡਿਊਸ ਕਰਨ ਜਾ ਰਹੇ ਹਾਂ ਇੱਕ ਅਜਿਹੇ ਬੱਚੇ ਦੇ ਨਾਲ ਜਿਸ ਬਾਰੇ ਜਦੋਂ ਅਸੀਂ ਤੁਹਾਨੂੰ ਗੱਲਾਂ ਦੱਸਾਂਗੇ, ਜਿਸ ਬਾਰੇ ਜਦੋਂ ਅਸੀਂ ਤੁਹਾਨੂੰ ਸਭ ਕੁਝ ਦੱਸਾਂਗੇ ਤਾਂ ਤੁਸੀਂ ਇੱਕ ਵਾਰ ਜ਼ਰੂਰ ਹੈਰਾਨ ਹੋ ਜਾਓਗੇ ਕਿ ਵਾਕਈ ਇੰਨੀ ਉਮਰ ਦੇ ਵਿੱਚ ਇਹ ਸਭ ਕੁਝ ਕਰਨਾ ਸੰਭਵ ਹੈ। ਸੋ ਮੇਰੇ ਨਾਲ ਮੌਜੂਦ ਨੇ ਮੈਦਾਨ ਸਕਾਈ ਨਿਊਜ਼ ਤੇ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਮੈਦਾਨ ਹੁਣ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਸਾਰੇ ਵਰਲਡ ਰਿਕਾਰਡ ਤੁਸੀਂ ਤੋੜੇ ਨੇ। ਜੇ ਮੈਂ 2-4 ਖਾਸ ਉਚਾਈਆਂ ਦੀ ਗੱਲ ਕਰਾਂ, ਸਫਲਤਾ ਦੀਆਂ ਜਿਹੜੀਆਂ ਉਚਾਈਆਂ ਤੁਸੀਂ ਹਾਸਲ ਕਰ ਚੁੱਕੇ ਹੋ ਉਹ ਕੀ ਨੇ? ਫਸਟ ਆਫ ਆਲ ਤਾਂ ਜਿਹੜੀ ਲਾਈਫ ਦੀ ਪਹਿਲੀ ਅਚੀਵਮੈਂਟ ਹੁੰਦੀ ਹੈ ਉਹ ਸਭ ਤੋਂ ਵੱਡੀ ਅਚੀਵਮੈਂਟ ਹੁੰਦੀ ਹੈ ਜੀ। ਤੇ ਮੇਰੀ ਲਾਈਫ ਦੀ ਪਹਿਲੀ ਅਚੀਵਮੈਂਟ ਜਦੋਂ ਮੈਂ 9 ਸਾਲ ਦਾ ਸੀ ਉਦੋਂ ਮੇਰਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਤੇ ਵਰਲਡ ਰਿਕਾਰਡਸ ਇੰਡੀਆ ਦੇ ਵਿੱਚ ਦਰਜ ਹੋਇਆ ਸੀ ਐਜ਼ ਦ ਯੰਗੇਸਟ ਵੈਬਸਾਈਟ ਡਿਵੈਲਪਰ। ਉਦੋਂ ਮੈਂ ਕੁਝ ਵੈਬਸਾਈਟਸ ਬਣਾਈਆਂ ਸੀ ਐਂਡ ਉਹਨਾਂ ਨੇ ਡੋਨੇਟ ਕੀਤਾ ਸੀ ਜਿਸ ਕਰਕੇ ਮੈਨੂੰ ਇਹ ਰਿਕਾਰਡ ਮਿਲਿਆ ਸੀ। ਤੇ ਉਸ ਤੋਂ ਇਲਾਵਾ ਮੈਂ ਕਰੋਨਾ ਕਾਲ ਦੇ ਵਿੱਚ ਵੀ ਕੁਝ ਵੈਬਸਾਈਟਸ ਬਣਾਈਆਂ ਸੀ ਐਂਡ ਉਹਦੇ ਲਈ ਮੇਰਾ ਨਾਮ ਵਰਲਡ ਬੁੱਕ ਆਫ ਰਿਕਾਰਡਸ ਦੇ ਵਿੱਚ ਐਜ਼ ਦੀ ਯੰਗੈਸਟ ਕਰੋਨਾ ਵਾਰੀਅਰ ਨਾਮ ਦਰਜ ਹੋਇਆ ਸੀ। ਐਂਡ ਪਲੱਸ ਜਿਹੜੇ ਮੈਂ ਕੁਝ ਜਿੱਦਾਂ ਇਲੈਕਸ਼ਨਸ ਆ ਰਹੇ ਸੀ ਪੰਜਾਬ ਦੇ ਵਿੱਚ ਉਦੋਂ ਮੈਂ ਕੁਝ ਅਵੇਅਰਨੈਸ ਪ੍ਰੋਗਰਾਮ ਚਲਾਏ ਸੀ ਐਂਡ ਜਿਹੜੇ ਅਵੇਅਰਨੈਸ ਪ੍ਰੋਗਰਾਮ ਸੀ ਉਹਦੇ ਵਿੱਚ ਮੈਂ ਪੰਜਾਬ ਦੇ ਹਰ ਡਿਸਟ੍ਰਿਕਟ ਵਿੱਚ ਵਿਜ਼ਿਟ ਮੈਦਾਸ਼ ਤੁਸੀਂ ਗੱਲ ਕਰ ਰਹੇ ਹੋ ਕਿ ਅਵੇਅਰਨੈਸ ਜਿਹੜੇ ਪ੍ਰੋਗਰਾਮ ਤੁਸੀਂ ਚਲਾਏ, ਮੈਂ ਜੇ ਪੁੱਛਾਂ ਤੁਹਾਡੀ ਉਮਰ ਕਿੰਨੀ ਹੈ? ਹਲੇ ਮੈਂ 12 ਸਾਲ ਦਾ। ਤੇ ਗੱਲ ਕੀਤੀ ਜਾਵੇ ਕਰੋਨਾ ਤਾਂ 2020-21 ਦੇ ਵਿੱਚ ਬਹੁਤ ਜ਼ਿਆਦਾ ਦੇਸ਼ ਨੂੰ ਵੱਡਾ ਝਟਕਾ ਵੀ ਲੱਗਾ ਕਰੋਨਾ, ਯਾਨੀ ਤੁਸੀਂ ਉਦੋਂ ਕਰੀਬ 10-11 ਸਾਲ ਦੇ ਸੀ। ਜੀ। ਤੇ ਕਿੱਦਾਂ ਤੁਹਾਨੂੰ ਇਹ ਸਭ ਕੁਝ ਮਾਈਂਡ ਦੇ ਵਿੱਚ ਆਇਆ? ਜੇ ਮੈਂ ਪਹਿਲੀ ਅਚੀਵਮੈਂਟ ਤੋਂ ਤੇ ਖਾਸ ਤੌਰ ਦੇ ਉੱਤੇ ਜੇ ਮੈਂ ਗੱਲ ਕਰਾਂ ਕਰੋਨਾ ਦੇ ਵਿੱਚ ਜਿੱਥੇ ਕੋਈ ਕਿਸੇ ਦੇ ਲਾਗੇ ਨਹੀਂ ਸੀ ਲੱਗਦਾ, ਹਰ ਕਿਸੇ ਨੂੰ ਇੱਕ ਵੱਖਰਾ ਡਰ ਸਤਾ ਰਿਹਾ ਸੀ, ਹਰ ਕੋਈ ਸਿਰਫ ਇਸ ਟੈਨਸ਼ਨ ਦੇ ਵਿੱਚ ਸੀ ਕਿ ਕਰੋਨਾ ਕਦੋਂ ਖਤਮ ਹੋਵੇਗਾ, ਪਰ ਤੁਸੀਂ ਉਸ ਸਮੇਂ ਜਾਗਰੂਕਤਾ ਚਲਾਈ ਹੈ। ਇਹ ਸਭ ਕੁਝ ਕਿਵੇਂ ਸੰਭਵ ਹੈ ਤੇ ਐਗਜ਼ੈਕਟਲੀ ਤੁਸੀਂ ਕਿਵੇਂ ਕਰੋਨਾ ਵਾਰੀਅਰ ਬਣੇ?
ਇਹ ਸਭ ਕੁਝ ਸਰਕਮਸਟੈਂਸਿਸ ਦੀ ਕਰਕੇ ਹੀ ਮੇਰੇ ਦਿਮਾਗ 'ਚ ਆਇਆ ਐਂਡ ਪਲੱਸ ਜੋ ਵੀ ਮੈਂ ਕੁਝ ਕੀਤਾ, ਜਿੰਨੇ ਵੀ ਅਵੇਅਰਨੈਸ ਪ੍ਰੋਗਰਾਮਸ ਚਲਾਏ, ਉਹ ਵੀ ਸਾਰੇ ਸਰਕਮਸਟੈਂਸਿਸ ਕਰਕੇ ਹੀ ਸੀ। ਬਿਕੋਜ਼ ਸਰਕਾਰਾਂ, ਲੋਕ ਜਿਹੜੇ ਸੀ ਉਹ ਸਾਰੇ ਅਵੇਅਰ ਕਰ ਰਹੇ ਸੀ ਵੀ ਸਾਨੂੰ ਮਾਸਕ ਪਾਉਣਾ ਹੈ, ਸੋਸ਼ਲ ਡਿਸਟੈਂਸਿੰਗ ਤੇ ਜਿਹੜੇ ਹੋਰ ਵੀ ਪ੍ਰੀਕਾਸ਼ਨਸ ਨੇਗੀਆਂ। ਬਟ ਮੈਂ ਕੁਝ ਅਲੱਗ ਤਰੀਕੇ ਨਾਲ ਸੋਚਿਆ ਵੀ ਜਦੋਂ ਇੱਕ ਬੱਚਾ ਕੁਝ ਕਹਿੰਦਾ ਹੈ ਤਾਂ ਉਹਦੀ ਇੱਕ ਅਲੱਗ ਹੀ ਇੰਪੈਕਟ ਪੈਂਦਾ ਹੈ, ਤੇ ਉਸੇ ਚੀਜ਼ ਨੂੰ ਲੈ ਕੇ ਮੈਂ ਅਵੇਅਰਨੈਸ ਪੋਰਟਲ ਚਲਾਏ, ਜਿੱਦਾਂ missionfateh.com ਬਣਾਇਆ, coronafreeworld.com ਬਣਾਇਆ ਐਂਡ ਉਹਨਾਂ ਨੂੰ ਲਾਂਚ ਕੀਤਾ, ਜਿਨ੍ਹਾਂ ਦਾ ਥੋੜ੍ਹਾ ਬਹੁਤ ਅਸਰ ਵੀ ਦੇਖਣ ਨੂੰ ਜ਼ਰੂਰ ਮਿਲਿਆ ਸਾਡੇ ਦੇਸ਼ 'ਤੇ। ਸੋ ਮਿਸ਼ਨ ਫਤਿਹ ਜਿਹੜਾ ਚਲਾਇਆ ਗਿਆ ਸੀ ਅਭਿਆਨ, ਉਹਦੀ ਵੈਬਸਾਈਟ ਜਿਹੜੀ ਸੀ ਉਹ ਤੁਹਾਡੇ ਵੱਲੋਂ ਹੈਂਡਲ ਕੀਤੀ ਗਈ? ਜੀ, ਉਹਦੀ ਵੈਬਸਾਈਟ ਵੀ ਤੇ ਪਲੱਸ ਜਿੰਨੇ ਵੀ ਪ੍ਰੀਕਾਸ਼ਨਸ ਦੇ ਵੀਡੀਓ ਸੀਗੇ, 11 ਪ੍ਰੀਕਾਸ਼ਨਸ ਦੇ, ਹਰ ਇੱਕ ਪ੍ਰੀਕਾਸ਼ਨ ਲਈ ਮੈਂ ਸਿੰਗਲ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ। ਜੀ, ਵੈਬਸਾਈਟ ਤੋਂ ਇਲਾਵਾ ਮਿਦਾਂਸ਼ ਹੋਰ ਤੁਸੀਂ ਕੀ ਕੁਝ ਕਰਦੇ ਹੋ? ਵੈਬਸਾਈਟ ਤੋਂ ਇਲਾਵਾ ਮੈਂ ਹੁਣ ਜਿੱਦਾਂ ਬਲੌਕਚੇਨ ਦੇ ਵਿੱਚ ਵੀ ਆਪਣਾ ਕੰਮ ਕਰ ਰਿਹਾ। ਬਲੌਕਚੇਨ ਆਉਣ ਵਾਲੀ ਜਿਹੜੀ ਟੈਕਨੋਲੋਜੀ ਹੈ ਉਹਦਾ ਨਾਮ ਹੈ, ਐਂਡ ਜਿੱਦਾਂ ਹੁਣ ਅੱਜ ਦੀ ਡੇਟ ਦੇ ਵਿੱਚ ਆਪਾਂ ਇੰਟਰਨੈਟ ਦੇ ਜ਼ਮਾਨੇ 'ਚ ਜੀ ਰਹੇ ਹਾਂ, ਇੰਟਰਨੈਟ ਨੇ ਜਿੱਦਾਂ ਸਾਡੀ ਦੁਨੀਆ ਬਦਲੀ ਸੀ, ਉਸੇ ਤਰੀਕੇ ਨਾਲ ਬਲੌਕਚੇਨ ਵੈਬ 3.0 ਦੁਨੀਆ ਬਦਲਣ ਜਾ ਰਿਹਾ ਹੈ, ਅਤੇ ਮੈਂ ਉਸ ਦੇ ਉੱਤੇ ਰਿਸਰਚ ਕਰ ਰਿਹਾ। ਮਿਤਾਂਸ਼, ਬਲੌਕਚੇਨ ਜੇ ਕੋਈ ਸਹੀ ਤਰੀਕੇ ਨਾਲ ਜੇ ਕੋਈ ਇੱਕ ਆਸਾਨ ਤਰੀਕੇ ਨਾਲ ਸਮਝਣਾ ਚਾਹਵੇ, ਬਲੌਕਚੇਨ ਜੇ ਤੁਸੀਂ ਆਸਾਨ ਸ਼ਬਦਾਂ ਦੇ ਵਿੱਚ ਸਾਨੂੰ ਦੱਸ ਪਾਓ ਕਿ ਬਲੌਕਚੇਨ ਹੁੰਦਾ ਕੀ ਹੈ? ਬਲੌਕਚੇਨ ਆਸਾਨ ਸ਼ਬਦਾਂ ਦੇ ਵਿੱਚ ਜਿੱਦਾਂ ਇੱਕ ਨਾਰਮਲ ਡਾਟਾਬੇਸ ਹੁੰਦਾ ਹੈ, ਸਾਡੇ ਕੋਲ ਇੱਕ ਲਿਸਟ ਆਫ ਰਿਕਾਰਡਸ ਹੈ, ਆਪਾਂ ਉਹਨੂੰ ਕਿਤੇ ਨਾ ਕਿਤੇ ਸਟੋਰ ਕਰਦੇ ਹਾਂ। ਅਸੀਂ ਜਿੱਦਾਂ ਹੁਣ ਇੱਕ ਸਿੰਪਲ ਐਗਜ਼ਾਮਪਲ ਲੈਂਦੇ ਹਾਂ, ਆਪਾਂ ਬੈਂਕ ਤੋਂ ਕਿਸੇ ਨੂੰ ਪੈਸੇ ਟ੍ਰਾਂਸਫਰ ਕੀਤੇ, ਉਹਦਾ ਰਿਕਾਰਡ ਬੈਂਕ ਦੇ ਵਿੱਚ ਪਿਆ। ਉਸੇ ਤਰੀਕੇ ਨਾਲ ਇੱਕ ਬਲੌਕਚੇਨ ਵੀ ਇੱਕ ਸਟੋਰੇਜ ਹੀ ਹੈ, ਬਟ ਇੱਕ ਬਹੁਤ ਸਿਕਿਉਰ ਸਟੋਰੇਜ ਹੈ, ਜਿਸ ਦੇ ਵਿੱਚ ਆਪਾਂ ਜਦੋਂ ਵੀ ਕੋਈ ਟ੍ਰਾਂਜੈਕਸ਼ਨ ਕਰਦੇ ਹਾਂ, ਉਹਦਾ ਕੋਈ ਫਸਟ ਆਫ ਆਲ ਜਿਹੜੀ ਬਲੌਕਚੇਨ ਦੀ ਸਭ ਤੋਂ ਵੱਡੀ ਚੀਜ਼ ਹੈ ਉਹ ਇਹ ਹੈ ਦੈਟ ਮਿਡਲ ਮੈਨ ਨਹੀਂ ਹੈ। ਜਿੱਦਾਂ ਹੁਣ ਆਪਾਂ ਕੋਈ ਟ੍ਰਾਂਜੈਕਸ਼ਨ ਕਰਨੀ ਹੈ, ਉਹਦੇ ਲਈ ਬੈਂਕ ਆਥੋਰਾਈਜ਼ ਕਰੂਗਾ। ਇੱਥੇ ਜਿੰਨੇ ਲੋਕ ਕਨੈਕਟਡ ਹੈ ਬਲੌਕਚੇਨ ਦੇ ਨਾਲ, ਉਹ ਆਥੋਰਾਈਜ਼ ਕਰਨਗੇ ਵੀ ਇਹ ਟ੍ਰਾਂਜੈਕਸ਼ਨ ਸਹੀ ਹੈ ਜਾਂ ਨਹੀਂ। ਪਲੱਸ ਇਹ ਬਹੁਤ ਸਿਕਿਉਰ ਹੈ, ਐਂਡ ਸਾਨੂੰ ਇਹਦਾ ਇੱਕ ਯੂਜ਼ ਕੇਸ ਦੇਖਣ ਨੂੰ ਮਿਲ ਰਿਹਾ, ਜਿੱਦਾਂ ਕ੍ਰਿਪਟੋ ਕਰੰਸੀ, ਬਿਟਕੋਇਨ ਦਾ ਤੁਸੀਂ ਨਾਮ ਸੁਣਿਆ ਹੋਣਾ। ਤਾਂ ਇੱਕ ਬਹੁਤ ਸਿਕਿਉਰ ਚੀਜ਼ ਹੈ, ਜਿਹਨੂੰ ਕੋਈ ਜਲਾ ਨਹੀਂ ਸਕਦਾ, ਨਾ ਹੀ ਕੋਈ ਉਹਦਾ ਮਿਸਯੂਜ਼ ਕਰ ਸਕਦਾ ਹੈ। ਮਿਤਾਂਸ਼, ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਇੰਨੀਆਂ ਮੱਲਾਂ ਮਾਰੀਆਂ ਨੇ, ਅਤੇ ਗੱਲ ਕੀਤੀ ਜਾਵੇ ਤੁਹਾਡੀ ਉਮਰ ਦੇ ਬੱਚਿਆਂ ਨੂੰ ਹਜੇ ਸਿਰਫ ਖੇਡਣ ਅਤੇ ਥੋੜ੍ਹਾ ਬਹੁਤਾ ਪੜ੍ਹਨ ਤੋਂ ਇਲਾਵਾ ਹੋਰ ਕੋਈ ਜ਼ਿਆਦਾ ਕੁਝ ਨਹੀਂ ਆਉਂਦਾ। ਸੋ ਤੁਸੀਂ ਇੰਨੇ ਵੱਖਰੇ ਕਿਵੇਂ ਰਹੇ? ਘਰ ਦਾ ਤੁਹਾਨੂੰ ਤੁਹਾਡੇ ਮਾਪਿਆਂ ਦਾ, ਤੁਹਾਡੇ ਮੰਮੀ ਦਾ, ਤੁਹਾਡੇ ਪਾਪਾ ਦਾ ਕਿਵੇਂ ਦਾ ਸਾਥ ਰਿਹਾ? ਇਹ ਸਫ਼ਰ ਦੀ ਜੇ ਸਹੀ 'ਚ ਸ਼ੁਰੂਆਤ ਕੀਤੀ ਜਾਵੇ, ਕਿਵੇਂ ਸਭ ਕੁਝ ਤੁਹਾਡੇ ਦਿਮਾਗ ਦੇ ਵਿੱਚ ਆਏ ਅਤੇ ਕਿਵੇਂ ਹੁੰਦਾ ਗਿਆ? ਮੈਂ 5 ਸਾਲ ਦਾ ਸੀ ਜਦੋਂ ਮੈਂ ਪ੍ਰੋਗਰਾਮਿੰਗ ਦੇ ਵਿੱਚ ਆਪਣਾ ਥੋੜ੍ਹਾ ਬਹੁਤ ਇੰਟਰਸਟ ਬਣਾਉਣਾ ਸ਼ੁਰੂ ਕੀਤਾ ਸੀ। ਮੇਰੇ ਪੇਰੈਂਟਸ ਦਾ 100% ਸਪੋਰਟ ਹੈ, ਬਿਕੋਜ਼ ਮੇਰੇ ਪੇਰੈਂਟਸ ਵੀ ਆਪਣੀ ਕੰਪਨੀ ਚਲਾ ਰਹੇ ਨੇ, IT ਕੰਪਨੀ, ਐਂਡ ਉਹ ਵੀ ਬੱਚਿਆਂ ਨੂੰ ਪੜ੍ਹਾਉਂਦੇ ਨੇ, ਜਿੱਦਾਂ ਕਿ MCA BCA ਦੇ ਬੱਚੇ। ਜ਼ਿਕਰਯੋਗ ਹੈ ਕਿ 5 ਸਾਲ ਦਾ ਬੱਚਾ, ਜਿਵੇਂ ਇੱਕ 5 ਸਾਲ ਦੇ ਬੱਚੇ ਨੂੰ ਬਿਲਕੁਲ ਵੀ ਆਈਡੀਆ ਨਹੀਂ ਹੁੰਦਾ ਕਿ ਕਿਹੜੀ ਚੀਜ਼ ਕਿਸ ਤਰੀਕੇ ਦੇ ਨਾਲ ਮੈਨੇਜ ਹੋ ਸਕਦੀ ਹੈ, ਉਸ ਉਮਰੇ ਮੈਦਾਂਸ਼ ਜਿਹੜੇ ਨੇ ਉਹ ਪੂਰੀ ਤਰ੍ਹਾਂ IT ਦੇ ਵਿੱਚ ਆਪਣਾ ਹੱਥ ਅਜ਼ਮਾਉਂਦੇ ਨਜ਼ਰ ਆਏ, ਅਤੇ ਉਸ ਤੋਂ ਬਾਅਦ ਬਸ ਜ਼ਿੰਦਗੀ ਦੀਆਂ ਜਿਹੜੀਆਂ ਉਚਾਈਆਂ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ। ਸੋ ਅੱਗੇ ਕੰਟੀਨਿਊ ਕਰ ਸਕਦੇ। ਉਸ ਤੋਂ ਬਾਅਦ 9 ਸਾਲ ਦੀ ਉਮਰ ਦੇ ਵਿੱਚ ਜਿਹੜੇ ਮੈਨੂੰ ਰਿਕਾਰਡ ਮਿਲੇ, ਐਂਡ ਦੈਨ ਕਰੋਨਾ ਆ ਗਿਆ ਸਾਡੀ ਲਾਈਫ ਦੇ ਵਿੱਚ, ਜਿਹੜਾ ਕਿ ਹਰ ਬੰਦੇ ਲਈ ਇੱਕ ਅਨਫੋਰਚੂਨੇਟ ਚੀਜ਼ ਸੀ। ਲੇਕਿਨ ਕਿਹਾ ਜਾਂਦਾ ਹੈ ਹਰ ਇੱਕ ਨੈਗੇਟਿਵ ਚੀਜ਼ ਦਾ ਇੱਕ ਪੋਜ਼ੀਟਿਵ ਪਹਿਲੂ ਵੀ ਹੁੰਦਾ ਹੀ ਹੈ, ਜ਼ਰੂਰੀ ਨਹੀਂ ਹੈ ਵੀ ਪੂਰੀ ਚੀਜ਼ ਨੈਗੇਟਿਵ ਹੀ ਹੋਵੇ। ਉਸੇ ਤਰੀਕੇ ਨਾਲ ਕਰੋਨਾ ਦੇ ਵੀ ਕੁਝ ਪੋਜ਼ੀਟਿਵ ਸਾਈਡ ਸੀਗੇ। ਸਾਡੀ ਨੇਚਰ ਬਹੁਤ ਸਾਫ਼ ਰਹੀ ਉਸ ਦੌਰਾਨ, ਜਿਹੜਾ ਸਾਨੂੰ ਮਾਊਂਟੇਨਸ ਆ ਉਹ ਬਹੁਤ ਕਲੀਅਰ ਦਿਖਦੇ ਸੀ ਉਸ ਟਾਈਮ ਜਲੰਧਰ ਤੋਂ ਹੀ, ਅਤੇ ਉਸ ਤਰੀਕੇ ਨਾਲ ਮੈਂ ਵੀ ਕੁਝ ਪੋਜ਼ੀਟਿਵ ਸਾਈਡ ਦੇਖੀ ਵੀ ਮੈਂ ਵੀ ਲੋਕਾਂ ਨੂੰ ਜਾਗਰਿਤ ਕਰ ਸਕਦਾ। ਅਤੇ ਮੈਂ ਨਹੀਂ ਸੋਚਿਆ ਸੀ ਵੀ ਮੈਨੂੰ ਇੰਨੀ ਅਚੀਵਮੈਂਟਸ ਮਿਲ ਜਾਣਗੀਆਂ। ਐਂਡ ਮੇਰੀ ਲਾਈਫ ਦੀ ਜਿਹੜੀ ਸਭ ਤੋਂ ਵੱਡੀ ਅਚੀਵਮੈਂਟ ਹੈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, ਉਹਦੇ ਵਿੱਚ ਵੀ ਮੇਰਾ ਨਾਮ ਆਇਆ, ਐਂਡ 29 ਬੱਚੇ ਸਿਲੈਕਟ ਕੀਤੇ ਗਏ ਸੀ, ਜਿਨ੍ਹਾਂ ਤੋਂ 6 ਬੱਚਿਆਂ ਨੂੰ ਮੌਕਾ ਮਿਲਿਆ ਸੀ ਗੱਲ ਕਰਨ ਦਾ, ਅਤੇ ਉਹਨਾਂ 'ਚੋਂ ਇੱਕ ਮੈਂ ਸੀ। ਇਸ ਲਈ ਮੈਂ ਰੱਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ। ਅਤੇ ਇਹ ਦਿਮਾਗ ਦੇ ਵਿੱਚ ਸਰਕਮਸਟੈਂਸਿਸ ਕਰਕੇ ਆਇਆ, ਕਿਉਂਕਿ ਲੋਕ ਨਹੀਂ ਜਾਗਰੂਕ ਸੀਗੇ। ਅਸੀਂ ਵੀ, ਈਵਨ ਹਰ ਬੰਦਾ, ਤੁਸੀਂ ਵੀ, ਜਿੰਨੇ ਵੀ ਲੋਕ, ਇਹ ਸਾਰੇ ਡਰਦੇ ਸੀ ਉਸ ਟਾਈਮ ਵੀ ਪਤਾ ਨਹੀਂ ਕੀ ਚੀਜ਼ ਹੈ ਕਰੋਨਾ। 100 ਸਾਲ ਮੈਦਾਂਸ਼, ਹੁਣ ਤੁਸੀਂ ਮੇਰੇ ਨਾਲ ਹੁਣ ਇਸ ਵੇਲੇ ਵੀ ਗੱਲਾਂ ਕਰ ਰਹੇ ਹੋ ਨਾ, ਤੁਹਾਡਾ ਇੱਕ ਵੱਖਰਾ ਜਿਹਾ ਕੌਨਫੀਡੈਂਸ ਝਲਕਦਾ ਪਿਆ। ਇਹ ਸਾਰਾ ਕੌਨਫੀਡੈਂਸ ਆਉਂਦਾ ਕਿੱਥੋਂ ਆ? ਇਹ ਸਾਰਾ ਕੌਨਫੀਡੈਂਸ ਅੰਦਰੋਂ ਹੀ ਆਉਂਦਾ ਜਦੋਂ ਤੁਸੀਂ ਕੋਈ ਚੀਜ਼ ਕਰਦੇ ਹੋ, ਜਦੋਂ ਤੁਹਾਨੂੰ ਵਿਸ਼ਵਾਸ ਹੁੰਦਾ ਵੀ ਮੈਂ ਹਾਂ ਕੁਝ ਕਰ ਸਕਦਾ। ਪਲੱਸ ਜਦੋਂ ਤੁਸੀਂ ਆਪਣੇ ਟੈਲੈਂਟ ਨੂੰ ਨਰਿਸ਼ ਕਰ ਲੈਂਦੇ ਹੋ, ਕੌਨਫੀਡੈਂਸ ਆਟੋਮੈਟਿਕਲੀ ਆਉਂਦਾ ਹੈ। ਜੇ ਕੋਈ ਬੰਦਾ ਟੈਲੈਂਟਡ ਹਰ ਕੋਈ ਹੁੰਦਾ ਹੈ, ਰੱਬ ਨੇ ਕੋਈ ਨਾ ਕੋਈ ਟੈਲੈਂਟ ਜ਼ਰੂਰ ਦਿੱਤਾ ਹੁੰਦਾ ਹੈ, ਸਿਰਫ ਨਰਿਸ਼ ਕਰਨ ਦੀ ਲੋੜ ਹੈ। ਜਿਹੜਾ ਡਾਇਮੰਡ ਹੁੰਦਾ ਉਹਨੂੰ ਵੀ ਤਰਾਸ਼ੇ ਬਿਨਾਂ ਉਹਦੇ ਵਿੱਚ ਚਮਕ ਨਹੀਂ ਆ ਸਕਦੀ। ਅਤੇ ਉਸੇ ਪ੍ਰਕਾਰ ਨਾਲ ਸਾਨੂੰ ਵੀ ਜਿਹੜਾ ਹੈ ਆਪਣੇ ਟੈਲੈਂਟ ਨੂੰ ਨਰਿਸ਼ ਕਰਨਾ ਪੈਂਦਾ ਹੈ। ਅਤੇ ਇੱਕ ਵਾਰ ਜੇ ਆਪਾਂ ਆਪਣੇ ਟੈਲੈਂਟ ਨੂੰ ਨਰਿਸ਼ ਕਰ ਲਈਏ ਤਾਂ ਆਪਾਂ ਫਿਰ ਕੌਨਫੀਡੈਂਸ ਤਾਂ ਦੂਰ ਦੀ ਗੱਲ ਹੈ, ਆਪਾਂ ਪੂਰੀ ਦੁਨੀਆ ਦੀ ਉਚਾਈਆਂ ਨੂੰ ਵੀ ਛੂ ਸਕਦੇ ਹਾਂ। ਮੈਦਾਂਸ਼, ਜਿਵੇਂ ਕਿ ਜਾਣਕਾਰੀ ਇਹ ਵੀ ਹੈ ਕਿ ਤੁਹਾਡੇ ਕੋਲ ਕੁਝ ਲੋਕ ਸਿੱਖਣ ਵੀ ਆਉਂਦੇ ਨੇ ਅਤੇ ਕੰਮ ਵੀ ਕਰਦੇ ਨੇ।
ਜੀ ਸਿੱਖਣ ਵੀ ਆਉਂਦੇ ਨੇ। ਐਜ਼ ਮੈਂ ਆਪਣੀ ਕੰਪਨੀ ਵੀ ਚਲਾ ਰਿਹਾ 10 ਸਾਲ ਦੀ ਉਮਰ ਦੇ ਵਿੱਚ ਮੈਂ ਆਪਣੀ ਕੰਪਨੀ ਖੋਲ੍ਹੀ ਸੀ ਅੰਤਪਕੋੜਾ ਪ੍ਰਾਈਵੇਟ ਲਿਮਟਿਡ, ਉਹ ਹਲੇ ਵੀ ਰਨਿੰਗ ਹੈ। ਐਂਡ ਉਹਦੇ ਵਿੱਚ ਮੈਂ ਜਿਹੜੇ ਮੇਰੇ ਏਜਮੇਟਸ ਨੇ ਅਤੇ ਜਿਹੜੇ ਵੱਡੇ ਨੇ ਉਹਨਾਂ ਨੂੰ ਮੈਂ ਪ੍ਰੋਗਰਾਮਿੰਗ ਸਿਖਾਉਂਦਾ, ਪਲੱਸ ਮੈਂ ਉਹਦੇ ਵਿੱਚ ਸਾਈਡ ਬਾਏ ਸਾਈਡ ਪ੍ਰੋਜੈਕਟਸ ਵੀ ਬਣਾਉਣਾ। ਬੱਚਿਆਂ ਦੀ ਜੇਕਰ ਗੱਲ ਕੀਤੀ ਜਾਵੇ, ਤੁਹਾਡੀ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਤੁਸੀਂ ਕੀ ਅਪੀਲ ਜਾਂ ਫਿਰ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੂੰਗਾ ਵੀ ਜਿਹੜਾ ਤੁਹਾਡਾ ਟੈਲੈਂਟ ਹੈ ਉਹ ਤੁਹਾਨੂੰ ਝਲਕਦਾ ਵੀ ਜ਼ਰੂਰ ਨਜ਼ਰ ਆਉਂਦਾ ਹੈ ਕਦੇ ਨਾ ਕਦੇ। ਕਿਸੇ ਦਾ ਡਾਂਸ ਦੇ ਵਿੱਚ ਇੰਟਰਸਟ ਹੈ, ਮਿਊਜ਼ਿਕ ਦੇ ਵਿੱਚ ਹੈ, ਉਹ ਜਿਹੜਾ ਇੰਟਰਸਟ ਹੈ ਉਹੀ ਤੁਹਾਡਾ ਟੈਲੈਂਟ ਜਿਹੜਾ ਹੈ ਉਹ ਝਲਕਦਾ ਹੈ ਉਹਦੇ ਵਿੱਚ। ਅਤੇ ਉਸੇ ਪ੍ਰਕਾਰ ਨਾਲ ਤੁਸੀਂ ਆਪਣੇ ਟੈਲੈਂਟ ਨੂੰ ਨਰਿਸ਼ ਕਰੋ ਅਤੇ ਉਸੇ ਤਰੀਕੇ ਨਾਲ ਤੁਸੀਂ ਅੱਗੇ ਵੱਧ ਸਕਦੇ ਹੋ। ਪਲੱਸ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੂੰਗਾ, ਈਵਨ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੂੰਗਾ ਵੀ ਆਪਣੇ ਮਾਈਂਡਸੈਟ ਨੂੰ ਬਦਲਣ, ਬਿਕੋਜ਼ ਇਟਸ ਆਲ ਅਬਾਊਟ ਮਾਈਂਡਸੈਟ। ਇਫ ਯੂ ਵਾਂਟ ਟੂ ਡੂ ਐਨੀਥਿੰਗ ਤਾਂ ਬਸ ਤੁਹਾਨੂੰ ਮਾਈਂਡਸੈਟ 'ਤੇ ਕੰਟਰੋਲ ਕਰਨਾ ਹੈ। ਐਂਡ ਤੁਹਾਡਾ ਆਪਣਾ ਜਿਹੜਾ ਮਾਈਂਡਸੈਟ ਜੇ ਤੁਸੀਂ ਇੱਕ ਵਾਰ ਚੇਂਜ ਕਰ ਲੈਂਦੇ ਹੋ ਫਿਰ ਤੁਸੀਂ ਕੁਝ ਵੀ ਕਰ ਸਕਦੇ ਹੋ। ਕਿਉਂਕਿ ਜਿਹੜਾ ਸਾਡਾ ਮਾਈਂਡਸੈਟ ਹੈ ਉਹ ਹਲੇ ਸਿਰਫ ਜਿੱਦਾਂ ਕਲਾਸਿਸ ਤੱਕ ਤੁਸੀਂ ਕਿਹਾ ਵੀ ਜਿੱਦਾਂ ਬੱਚੇ ਨੇ ਉਹ ਸਿਰਫ 7th ਕਰ ਰਹੇ ਨੇ ਜਾਂ ਟਿਊਸ਼ਨ ਪੜ੍ਹ ਰਹੇ ਨੇ ਉਹਨਾਂ ਹੀ ਕੰਮ ਕਰ ਰਹੇ ਨੇ। ਬਟ ਜੇ ਆਪਾਂ ਆਪਣਾ ਮਾਈਂਡਸੈਟ ਚੇਂਜ ਕਰ ਲੈਂਦੇ ਹਾਂ ਪਲੱਸ ਆਪਣੇ ਟੈਲੈਂਟ ਨੂੰ ਨਰਿਸ਼ ਕਰਦੇ ਹਾਂ ਤਾਂ ਇੱਕ ਸੋਨੇ 'ਤੇ ਸੁਹਾਗਾ ਹੋ ਜਾਂਦਾ ਐਂਡ ਉਹਦੇ ਨਾਲ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਬਹੁਤ ਕੁਝ ਕਰ ਪਾਉਂਦੇ ਹਾਂ। ਅਨਾਜ, ਗੱਲ ਕੀਤੀ ਜਾਵੇ ਜਿਵੇਂ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਤੁਹਾਨੂੰ ਦੁਨੀਆ ਦੇ ਬਾਰੇ ਬਹੁਤ ਸਾਰੀ ਨੌਲੇਜ ਆ। ਆਪਾਂ ਆਪਣੇ ਪੰਜਾਬ ਸੂਬੇ ਦੀ ਗੱਲ ਕਰੀਏ ਜਾਂ ਜਲੰਧਰ ਦੀ ਗੱਲ ਕਰੀਏ, ਜਲੰਧਰ ਪਹਿਲਾਂ ਵੀ NRI ਏਰੀਆ ਦੇ ਨਾਮ 'ਤੇ ਜਾਣਿਆ ਜਾਂਦਾ ਹੈ ਵੀ ਬਹੁਤ ਸਾਰੇ ਲੋਕ ਜਿਹੜੇ ਇੱਥੋਂ ਖਾਸ ਤੌਰ ਦੇ ਉੱਤੇ ਬਾਹਰ ਗਏ ਆ। ਹੁਣ ਜੇ ਆਪਾਂ ਗੱਲ ਕਰ ਲਈਏ, ਹਰ ਦੂਜਾ ਜਿਹੜਾ ਨੌਜਵਾਨ ਆ, ਚਾਹੇ ਉਹ ਕੁੜੀ ਆ ਅਤੇ ਚਾਹੇ ਉਹ ਮੁੰਡਾ, ਹਰ ਕੋਈ ਬਾਹਰ ਦਾ ਰਸਤਾ ਅਪਣਾ ਰਿਹਾ ਹੈ। ਅਤੇ ਤੁਹਾਨੂੰ ਕੀ ਲੱਗਦਾ ਵੀ ਇਸ ਪਿੱਛੇ ਐਗਜ਼ੈਕਟ ਕਾਰਨ ਕੀ ਆ? ਸਭ ਤੋਂ ਵੱਡਾ ਕਾਰਨ ਤਾਂ ਇਹੀ ਹੈ ਵੀ ਜਿੱਦਾਂ ਲੋਕਾਂ ਨੂੰ ਇੱਕ ਤਾਂ ਡਾਲਰਾਂ ਦਾ ਬੜਾ ਸ਼ੌਂਕ ਹੈ ਪੰਜਾਬ ਦੇ ਵਿੱਚ, ਵੀ ਕਿਉਂਕਿ ਬਾਹਰ ਜਿਹੜੇ ਕੈਨੇਡਾ ਮੇਨਲੀ ਜਾ ਰਹੇ ਨੇ ਪੰਜਾਬੀ, ਤਾਂ ਉੱਥੇ ਉਹਨਾਂ ਨੂੰ ਡਾਲਰਾਂ ਦਾ ਸ਼ੌਂਕ ਬਹੁਤ ਹੈ। ਪਲੱਸ ਜਿਹੜਾ ਇੱਕ ਉੱਥੇ ਲੋਕਾਂ ਨੂੰ ਇੱਦਾਂ ਜ਼ਰੂਰ ਹੁੰਦਾ ਹੈ ਵੀ ਸਾਡਾ ਜਿਹੜਾ ਫਿਊਚਰ ਹੈ ਉਹ ਕੈਨੇਡਾ ਦੇ ਵਿੱਚ ਜਾ ਕੇ ਸਵਰ ਜਾਏਗਾ, ਅਸੀਂ ਹੋਰ ਬਹੁਤ ਕੁਝ ਕਰ ਪਾਵਾਂਗੇ। ਲੇਕਿਨ ਜਦੋਂ ਉੱਥੇ ਜਾਂਦੇ ਹਾਂ ਉਦੋਂ ਸਾਨੂੰ ਜ਼ਰੂਰ ਕੁਝ ਦੁੱਖ ਤਕਲੀਫਾਂ ਸਹਿਣੀ ਪੈਂਦੀਆਂ, ਸਾਨੂੰ ਬਹੁਤ ਹਾਰਡ ਵਰਕ ਕਰਨਾ ਪੈਂਦਾ ਹੈ। ਕਿਉਂਕਿ ਉੱਥੇ ਜਦੋਂ ਆਪਾਂ ਕੋਈ ਜੋਬ ਕਰ ਰਹੇ ਹਾਂ ਤਾਂ ਉਸ ਤੋਂ ਬਾਅਦ ਸਾਡੇ ਟੈਕਸਿਸ ਵੀ ਬਹੁਤ ਕੱਟਦੇ ਨੇ। ਆਪਾਂ ਇੱਥੋਂ ਤਾਂ ਜ਼ਰੂਰ ਬਹੁਤ ਵੱਡੇ ਵੱਡੇ ਸੁਪਨੇ ਲੈ ਕੇ ਚੱਲਦੇ ਹਾਂ ਵੀ ਸਾਨੂੰ ਸਿਰਫ ਕਮਾਈ ਹੀ ਕਮਾਈ ਹੋਊਗੀ, ਲੇਕਿਨ ਉੱਥੇ ਜਾ ਕੇ ਸਾਨੂੰ ਐਕਚੁਅਲ ਦੇ ਵਿੱਚ ਗਰਾਊਂਡ ਰਿਐਲਿਟੀ ਪਤਾ ਲੱਗਦੀ ਹੈ। ਅਤੇ ਜਿਹੜੇ ਪੇਰੈਂਟਸ ਨੇ ਉਹ ਵੀ ਐਜੂਕੇਸ਼ਨ ਦੇ ਪੈਸੇ ਖਰਚ ਚੁੱਕੇ ਹੁੰਦੇ ਨੇ ਅਤੇ ਉਹਨਾਂ ਨੂੰ ਵੀ ਫਿਰ ਹੁੰਦਾ ਹੈ ਵੀ ਹੁਣ ਬੱਚਾ ਵਾਪਸ ਵੀ ਨਹੀਂ ਆ ਸਕਦਾ, ਤਾਂ ਉੱਥੇ ਜਾ ਕੇ ਫਸ ਜਾਂਦਾ ਹੈ। ਉਹਦੇ ਲਈ ਸਾਨੂੰ ਇੱਕ ਸਟਰੋਂਗ ਬੈਕਗਰਾਊਂਡ ਸਪੋਰਟ ਜ਼ਰੂਰ ਚਾਹੀਦੀ ਹੈ। ਮੈਂ ਇਹ ਨਹੀਂ ਮਨਾ ਕਰਦਾ ਵੀ ਤੁਸੀਂ ਫੋਰਨ ਨਾ ਜਾਓ, ਜ਼ਰੂਰ ਜਾਓ, ਹਰ ਬੰਦੇ ਨੂੰ ਆਪਣੇ ਫਿਊਚਰ ਦਾ ਦੇਖਣਾ ਹੁੰਦਾ ਹੈ। ਬਟ ਹਾਂ, ਆਪਣਾ ਦੇਸ਼ ਵੀ ਜੇ ਆਪਾਂ ਆਪਣੇ ਦੇਸ਼ ਵਿੱਚ ਮਿਹਨਤ ਕਰ ਲਈਏ ਤਾਂ ਸਾਡਾ ਦੇਸ਼ ਹੈ ਕੈਨੇਡਾ ਤੋਂ ਵੀ ਬਹੁਤ ਉੱਤੇ। ਇੱਥੇ ਮੇਰਾ ਇੱਕ ਤੁਹਾਨੂੰ ਸਵਾਲ ਇਹ ਵੀ ਬਣਦਾ ਆ ਭਈ, ਆਪਾਂ ਇਸ ਤਰੀਕੇ ਨਾਲ ਸੋਚਦੇ ਹਾਂ, ਇੱਕ ਤਾਂ ਕਿਉਂਕਿ ਤੁਸੀਂ ਕਿਹਾ ਕਿ ਡਾਲਰਾਂ ਦਾ ਸ਼ੌਂਕ, ਇਹ ਬੜੀ ਓਬਵੀਅਸ ਜੀ ਗੱਲ ਆ ਵੀ ਉੱਥੇ ਦੇ ਮਤਲਬ ਜੇ ਕੈਨੇਡਾ ਦੀ ਗੱਲ ਕਰੀਏ 50 ਤੋਂ 60 ਰੁਪਏ, ਖੈਰ ਫਿਲਹਾਲ ਐਗਜ਼ੈਕਟ ਫਿਗਰ ਤਾਂ ਮੈਨੂੰ ਨਹੀਂ ਆਈਡੀਆ ਹੈਗੀ, 70 ਪਲੱਸ ਜੇ ਆਪਾਂ US ਡਾਲਰ ਦੀ ਗੱਲ ਕਰ ਲਈਏ, ਜੇ ਆਪਾਂ ਪਾਉਂਡ ਦੀ ਗੱਲ ਕਰ ਲਈਏ ਇੰਗਲੈਂਡ ਦੇ ਤਾਂ ਅਬਾਊਟ 100 ਹੈਗਾ ਹੈ ਨਾ। ਅਤੇ ਆਪਾਂ ਉਹ ਕੈਲਕੂਲੇਸ਼ਨਾਂ ਕਰਦੇ ਹਾਂ ਵੀ ਜੇ ਉੱਥੇ ਦੇ ਹਿਸਾਬ ਨਾਲ ਥੋੜ੍ਹੀ ਵੀ ਹੋਵੇ, ਇੱਕ ਤਾਂ ਸਾਨੂੰ ਇੱਥੇ ਦੇ ਹਿਸਾਬ ਨਾਲ ਜ਼ਿਆਦਾ ਮਿਲਦੀ ਹੈ। ਸੈਕਿੰਡ ਚੀਜ਼ ਇਹ ਹੈ ਕਿ ਘੰਟਿਆਂ ਦੇ ਹਿਸਾਬ ਨਾਲ ਇੱਥੇ ਅਸੀਂ 8 ਘੰਟੇ ਕੰਮ ਕਰਦੇ ਹਾਂ ਜਾਂ ਅਸੀਂ 12 ਘੰਟੇ ਕੰਮ ਕਰਦੇ ਹਾਂ ਜਾਂ ਅਸੀਂ ਕਿੰਨੇ ਮਰਜ਼ੀ ਘੰਟੇ, ਮਿਲਦੇ ਸਾਨੂੰ ਉਹੀ 10 12 15 ਹਜ਼ਾਰ। ਮਤਲਬ ਜ਼ਿਆਦਾਤਰ ਜੋਬਸ ਦੇ ਵਿੱਚ ਬਹੁਤ ਸਾਰੇ ਲੋਕ ਹੈਗੇ ਜਿਹੜੇ ਅੱਛਾ ਕਮਾ ਰਹੇ, ਪਰ ਜ਼ਿਆਦਾਤਰ ਜੋਬਸ ਦੇ ਵਿੱਚ 20 25 ਜਾਂ 30 ਦੀ ਐਵਰੇਜ ਹੀ ਸਿਮਟ ਕੇ ਰਹਿ ਜਾਂਦੀ ਹੈ। ਅਤੇ ਤੁਹਾਨੂੰ ਕੀ ਲੱਗਦਾ ਵੀ ਇਸ ਸਟ੍ਰੈਟਜੀ ਦੇ ਕਰਕੇ ਜਿਹੜੇ ਜ਼ਿਆਦਾ ਨੌਜਵਾਨ ਬਾਹਰ ਦਾ ਰੁੱਖ ਕਰਦੇ ਨੇ, ਜਾਂ ਫਿਰ ਇਸ ਤੋਂ ਇਲਾਵਾ ਵੀ ਕੋਈ ਹੋਰ ਕਾਰਨ ਹੈਗਾ? ਇਹ ਤਾਂ ਕਾਰਨ ਜ਼ਰੂਰ ਇੱਕ ਬਹੁਤ ਵੱਡਾ ਕਾਰਨ ਹੈਗਾ ਹੈ, ਬਟ ਉਹਨਾਂ ਨੂੰ ਇਹ ਨਹੀਂ ਪਤਾ ਵੀ ਉੱਥੇ ਜਦੋਂ ਆਪਾਂ ਜਾਂਦੇ ਹਾਂ ਤਾਂ ਸਾਡੇ ਟੈਕਸ ਬਹੁਤ ਘੱਟ ਜਾਂਦੇ ਆ। ਮੈਨੂੰ ਬਹੁਤ ਲੋਕੀ ਜਾਣਦੇ ਆ, ਜੇ ਮੈਂ ਇੱਕ ਐਗਜ਼ਾਮਪਲ ਲਵਾਂ ਵੀ ਕੋਈ $4000 ਕਮਾ ਰਿਹਾ ਹੈ ਉੱਥੇ ਇੱਕ ਮਹੀਨੇ ਦੇ ਅਕੋਰਡਿੰਗ ਟੂ ਦ ਆਰਸ, ਅਤੇ ਉਹਦੇ ਹਿਸਾਬ ਨਾਲ ਵੀ ਉਹਨਾਂ ਦੇ ਕੱਟ ਕਟਾ ਕੇ 2000 ਹੀ ਬਚਦਾ ਉਹਨਾਂ ਨੂੰ, ਕਿਉਂਕਿ ਗਵਰਨਮੈਂਟ ਤੁਹਾਨੂੰ ਇੰਨੀ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ, ਉਸ ਹਿਸਾਬ ਨਾਲ ਉਹ ਟੈਕਸ ਵੀ ਲੈਂਦੇ ਹੈ। ਪਲੱਸ ਦੂਜਾ ਜਿਹੜਾ ਕਾਰਨ ਹੈ, ਕਈ ਲੋਕਾਂ ਨੂੰ ਸਟੱਡੀਜ਼ ਕਰਨ ਲਈ ਵੀ ਬਾਹਰ ਜਾਣਾ ਹੁੰਦਾ ਹੈ, ਸਟੱਡੀ ਵੀਜ਼ਾ ਲੋਕੀ ਲੈਂਦੇ ਆ ਐਂਡ ਉੱਥੇ ਬਾਹਰ ਜਾਂਦੇ ਆ, ਉੱਥੇ ਪੜ੍ਹਦੇ ਆ। ਬਟ ਉੱਥੇ ਜਦੋਂ ਚਲੇ ਜਾਂਦੇ ਆ ਫਿਰ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਕਈ ਲੋਕਾਂ ਨੂੰ ਗ੍ਰੀਡੀਨੈਸ ਵੀ ਆ ਜਾਂਦੀ ਹੈ। ਸਾਰੇ ਲੋਕਾਂ ਨੂੰ ਨਹੀਂ, ਹਰ ਬੰਦੇ ਨੂੰ ਪੜ੍ਹਨ ਦਾ ਵੀ ਸ਼ੌਂਕ ਹੁੰਦਾ ਹੈ, ਅਤੇ ਉਸੇ ਤਰੀਕੇ ਨਾਲ ਕਈਆਂ ਨੂੰ ਇਹ ਵੀ ਹੁੰਦਾ ਹੈ। ਥਰਡ ਥਿੰਗ, ਇੱਕ ਫੋਰਨ ਕੰਟਰੀ ਤਾਂ ਫੋਰਨ ਕੰਟਰੀ ਹੀ ਰਹਿੰਦੀ ਹੈ, ਤਾਂ ਉਹ ਵੀ ਲੋਕਾਂ ਨੂੰ ਸ਼ੌਂਕ ਹੁੰਦਾ ਹੈ ਵੀ ਅਸੀਂ ਬਾਹਰ ਜਾਈਏ, ਫੋਰਨ ਕੰਟਰੀਜ਼ ਘੁੰਮੀਏ। ਕਈ ਲੋਕਾਂ ਨੂੰ ਟਰੈਵਲ ਦਾ ਸ਼ੌਂਕ ਹੁੰਦਾ ਹੈ। ਇੱਦਾਂ ਬਹੁਤ ਸਾਰੇ ਕਾਰਨ ਹੈ ਜਿਨ੍ਹਾਂ ਕਰਕੇ ਲੋਕ ਬਾਹਰ ਜਾ ਰਹੇ। ਤੁਸੀਂ ਆਪਣੇ ਲੈਵਲ 'ਤੇ ਕੀ ਸਲਾਹ ਦੇਣਾ ਚਾਹੋਗੇ ਅੱਜ ਦੇ ਨੌਜਵਾਨਾਂ ਅਤੇ ਅੱਜ ਦੇ ਬੱਚਿਆਂ ਨੂੰ? ਮੈਂ ਸਾਰਿਆਂ ਨੂੰ ਇਹੀ ਸਲਾਹ ਦੇਣਾ ਚਾਹੂੰਗਾ ਵੀ ਜੇ ਤੁਸੀਂ ਬਾਹਰ ਵੀ ਜਾਣਾ ਚਾਹੁੰਦੇ ਹੋ ਤਾਂ ਬਾਹਰ ਜ਼ਰੂਰ ਜਾਓ, ਉੱਥੇ ਆਪਣੇ ਫਿਊਚਰ ਨੂੰ ਦੇਖੋ। ਬਟ ਜਿਹੜਾ ਸਾਡਾ ਦੇਸ਼ ਹੈ ਉਹਨੂੰ ਵੀ ਕਿਤੇ ਨਾ ਕਿਤੇ ਤਰੱਕੀ ਦੀ ਲੋੜ ਹੈ, ਅਤੇ ਉਸੇ ਕਰਕੇ ਸਾਨੂੰ ਆਪਣੇ ਦੇਸ਼ ਦੇ ਲਈ ਵੀ ਕੰਮ ਜ਼ਰੂਰ ਕਰਨਾ ਚਾਹੀਦਾ ਹੈ। ਸਾਨੂੰ ਪੈਟਰੀਓਟਿਕ ਵੀ ਰਹਿਣਾ ਚਾਹੀਦਾ ਹੈ, ਪਲੱਸ ਆਪਾਂ ਆਪਣੇ ਫਿਊਚਰ ਨੂੰ ਵੀ ਦੇਖਦੇ ਹਾਂ।
ਤੇ ਉਸੇ ਤਰੀਕੇ ਨਾਲ ਆਪਾਂ ਜੇ ਕੁਝ ਵੀ ਕਰਨਾ ਚਾਹੁੰਦੇ ਆ ਤਾਂ ਆਪਾਂ ਆਪਣੇ ਸਮਾਜ ਦਾ ਵੀ ਸੋਚੀਏ ਤੇ ਆਪਣੇ ਆਪ ਦਾ ਵੀ ਸੋਚੀਏ ਤੇ ਉਸ ਤੋਂ ਬਾਅਦ ਆਪਣੇ ਫਿਊਚਰ ਦਾ ਵੀ ਸੋਚੀਏ। ਸਾਨੂੰ ਹਰ ਚੀਜ਼ ਦਾ ਖਿਆਲ ਰੱਖ ਕੇ ਚੱਲਣਾ ਚਾਹੀਦਾ। ਸਮਾਜ ਦੀ ਤੇ ਦੇਸ਼ ਦੀ ਤੁਸੀਂ ਗੱਲ ਕਰ ਰਹੇ ਹੋ, ਇੰਨਾ ਕੁਝ ਤੁਸੀਂ ਅਚੀਵਮੈਂਟਸ ਹਾਸਲ ਕੀਤੀਆਂ, ਜਿਵੇਂ ਅਸੀਂ ਸਰਟੀਫਿਕੇਟ ਬਾਹਰ ਲੱਗੇ ਹੋਏ ਵੀ ਦੇਖ ਰਹੇ ਸੀ ਕਿ ਸਮਾਜ ਦੇ ਵਿੱਚ ਇੱਕ ਸਭ ਤੋਂ ਵੱਡਾ ਯੋਗਦਾਨ ਸਰਕਾਰ ਦਾ, ਜਿੱਥੇ ਆਮ ਲੋਕਾਂ ਦਾ ਹੁੰਦਾ ਉੱਥੇ ਹੀ ਸਰਕਾਰ ਦਾ ਹੁੰਦਾ, ਕਿਉਂਕਿ ਸਾਰਾ ਕੁਝ ਸਰਕਾਰ ਤੋਂ ਹੀ ਅਪਰੂਵ ਹੋ ਕੇ ਆਉਂਦਾ। ਜਾਂ ਕਿਸੇ ਵੀ ਦੀ ਵੀ ਮਦਦ ਕਰਨੀ ਹੁੰਦੀ, ਕੀ ਤੁਹਾਨੂੰ ਸਰਕਾਰ ਤੋਂ ਹੁਣ ਤੱਕ ਕੋਈ ਮਦਦ ਮਿਲੀ ਹੈ? ਨਹੀਂ ਸੱਚੈਸ ਨਾ ਹੀ ਕੋਈ ਮਦਦ ਮਿਲੀ ਹੈ, ਨਾ ਹੀ ਮੈਂ ਕਦੇ ਅਪਲਾਈ ਕੀਤਾ ਹੈ ਵੀ ਮੈਨੂੰ ਕੋਈ ਸਪੋਰਟ ਦੇਣ। ਹਾਂ, ਸਿਰਫ ਜਦੋਂ ਮੈਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਮਿਲਿਆ ਸੀ ਉਦੋਂ ਹੀ ਮੈਨੂੰ ਸਿਰਫ 1 ਲੱਖ ਦੀ ਰਾਸ਼ੀ ਟ੍ਰਾਂਸਫਰ ਹੋਈ ਹੈ। ਉਹ ਮੈਨੂੰ ਵੀ ਨਹੀਂ ਪਤਾ ਸੀ, ਜਦੋਂ ਉਹਨਾਂ ਨੇ ਟ੍ਰਾਂਸਫਰ ਕੀਤਾ ਉਦੋਂ ਪਤਾ ਚੱਲਿਆ। ਤੇ ਉਸ ਤੋਂ ਇਲਾਵਾ ਮੈਨੂੰ ਕੋਈ ਵੀ ਗਵਰਨਮੈਂਟਲ ਸਪੋਰਟ ਨਹੀਂ ਮਿਲ ਰਹੀ ਹੈ। ਦਾਸ਼, ਇੱਕ ਆਖਰੀ ਕੁਐਸਚਨ, ਇਹ ਸਾਰਾ ਕੁਝ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ? ਜਿਵੇਂ ਪੜ੍ਹਾਈ ਵੀ ਆ ਤੇ ਇਸ ਦੇ ਨਾਲ ਜਿਵੇਂ ਤੁਸੀਂ ਬਹੁਤ ਸਾਰੀਆਂ ਐਪਲੀਕੇਸ਼ਨਸ ਔਰ ਵੱਖਰੇ ਵੱਖਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਅਚੀਵਮੈਂਟਸ ਹਾਸਲ ਕੀਤੀਆਂ, ਇਹ ਸਾਰਾ ਕੁਝ ਮੈਨੇਜ ਕਰਨਾ ਡਿਫਿਕਲਟ ਨਹੀਂ ਲੱਗਦਾ? ਨਹੀਂ, ਇਹ ਜਿੱਦਾਂ ਮੈਂ ਕਿਹਾ ਮਾਈਂਡਸੈਟ ਦੇ ਉੱਤੇ ਹੀ ਬਸ ਆਪਾਂ ਨੂੰ ਕੰਟਰੋਲ ਪਾਉਣਾ ਹੈ ਤੇ ਉਸੇ ਤਰੀਕੇ ਨਾਲ ਮੈਂ ਵੀ ਆਪਣਾ ਇੱਕ ਮਾਈਂਡਸੈਟ ਕਰ ਰੱਖਿਆ ਹੈ। ਮੈਂ ਕਲਾਸਿਸ ਵੀ ਲੈਣੀਆਂ ਹੁੰਦੀਆਂ, ਸਕੂਲ ਦਾ ਵੀ ਕੰਮ ਹੁੰਦਾ ਤੇ ਸਾਰਾ ਕੁਝ ਇੱਕ ਨਾ ਮਤਲਬ ਭਗਵਾਨ ਦੇ ਵੱਲੋਂ ਹੀ ਮੈਨੇਜ ਰਹਿੰਦਾ। ਪਲੱਸ ਮੈਨੂੰ ਜਿਹੜੀ ਸਕੂਲ ਦੀ ਇੰਨੀ ਟੈਨਸ਼ਨ ਨਹੀਂ ਰਹਿੰਦੀ ਬਿਕੋਜ਼ ਮੈਂ ਸੇਂਟ ਜੋਸਫ ਬॉयਜ਼ ਸਕੂਲ 'ਚ ਪੜ੍ਹ ਰਹੀ ਹਾਂ 7th ਕਲਾਸ ਦੇ ਵਿੱਚ। ਅਤੇ ਜਿਹੜੇ ਸਾਡੇ ਟੀਚਰਸ ਆ ਉਹ ਬਹੁਤ ਸਪੋਰਟ ਕਰਦੇ ਹੈ। ਉਹ ਸਾਨੂੰ ਪਹਿਲਾਂ ਹੀ ਸਾਰੀ ਤਿਆਰੀ ਕਰਵਾ ਦਿੰਦੇ ਆ ਵੀ ਸਾਨੂੰ ਆਪਾਂ ਬਸ ਇੱਕ ਵਾਰ ਰਿਵਾਈਜ਼ ਕਰ ਲਈਏ, ਦੈਟ ਇਜ਼ ਇਨਫ। ਸਾਨੂੰ ਕੋਈ ਟਿਊਸ਼ਨ ਜਾਣ ਦੀ ਲੋੜ ਨਹੀਂ ਪੈਂਦੀ। ਜਿਹੜੇ ਜਾਂਦੇ ਆ ਉਹਨਾਂ ਦੀ ਅਲੱਗ ਗੱਲ ਹੈ, ਬਟ ਮੈਂ ਅੱਜ ਤੱਕ ਨਹੀਂ ਟਿਊਸ਼ਨ ਗਿਆ। ਅਤੇ ਇਸ ਤਰੀਕੇ ਨਾਲ ਸਟੱਡੀਜ਼ ਮੈਨੇਜ ਹੋ ਜਾਂਦੀਆਂ। ਉਸ ਤੋਂ ਇਲਾਵਾ ਕਲਾਸਿਸ ਦੀ ਵੀ ਪਰਟੀਕੂਲਰ ਟਾਈਮਿੰਗ ਹੁੰਦੀ ਹੈ ਐਂਡ ਬਾਕੀ ਜਿਹੜਾ ਸਾਈਡ ਬਾਏ ਸਾਈਡ ਮੈਂ ਆਪਣੇ ਪ੍ਰੋਜੈਕਟਸ ਵੀ ਕਰਦਾ ਰਹਿੰਦਾ ਅਤੇ ਇਸ ਤਰੀਕੇ ਨਾਲ ਸਾਰਾ ਟਾਈਮ ਮੈਨੇਜਮੈਂਟ ਹੋ ਜਾਂਦਾ। ਇੰਨੀ ਛੋਟੀ ਉਮਰੇ ਤੁਸੀਂ ਇੰਨਾ ਕੁਝ ਹਾਸਿਲ ਕਰ ਲਿਆ, ਤੁਸੀਂ ਕੀ ਬਣਨਾ ਚਾਹੁੰਦੇ ਹੋ ਆਉਣ ਵਾਲੇ ਭਵਿੱਖ ਦੇ ਵਿੱਚ? ਜਿੱਦਾਂ ਮੈਂ ਹੁਣ ਆਪਣੀ ਕੰਪਨੀ ਆਲਰੇਡੀ ਓਪਨ ਕਰ ਚੁੱਕਿਆ, ਐਸਟੈਬਲਿਸ਼ ਕਰਨਾ ਚਾਹੁੰਦਾ ਮੈਂ ਇਹਨੂੰ ਇੱਕ ਚੰਗੇ ਲੈਵਲ ਦੇ ਉੱਤੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਲੈ ਕੇ ਜਾਣਾ ਚਾਹੁੰਦਾ। ਪਲੱਸ ਇੱਕ ਇੰਟਰਨੈਸ਼ਨਲ ਐਂਟਰਪ੍ਰੇਨਿਓਰ ਬਣਨਾ ਚਾਹੁੰਦਾ ਐਂਡ ਮੈਂ ਜਿੱਦਾਂ ਪਹਿਲਾਂ ਮੈਂ ਸੋਸ਼ਲ ਸਰਵਿਸ ਕਰਦਾ ਆਇਆ ਉਸੇ ਤਰੀਕੇ ਨਾਲ ਫਰਦਰ ਜੇ ਕੋਈ ਸੋਸਾਇਟੀ ਦੇ ਵਿੱਚ ਕੋਈ ਬਰਨਿੰਗ ਪ੍ਰੋਬਲਮ ਹੁੰਦੀ ਹੈ ਅਤੇ ਮੈਂ ਚਾਹੁੰਦਾ ਉਹਦਾ ਸੋਲਿਊਸ਼ਨ ਕੱਢਾਂ। ਜਿੱਦਾਂ ਗੂਗਲ, ਫੇਸਬੁੱਕ, ਉਹਨਾਂ ਨੇ ਇੱਕ ਬਹੁਤ ਵੱਡੀ ਪ੍ਰੋਬਲਮ ਦਾ ਹੱਲ ਕੱਢਿਆ। ਹੁਣ ਮੈਨੂੰ ਕੋਈ ਨਹੀਂ ਵਰਡ ਆਉਂਦਾ, ਮੈਂ ਗੂਗਲ 'ਤੇ ਲਾਈਕ ਲਿਟਰਲੀ 1 ਮਿੰਟ ਦੇ ਵਿੱਚ ਮੈਂ ਉਸ ਚੀਜ਼ ਦਾ ਪੂਰੀ ਡਿਕਸ਼ਨਰੀ, ਓਰੀਜਨ ਸਭ ਕੁਝ ਲੈ ਲੈਂਦਾ। ਜਿੱਦਾਂ ਫੇਸਬੁੱਕ ਹੈ, ਸੋਸ਼ਲੀ ਆਪਾਂ ਕਨੈਕਟ ਹੋ ਜਾਂਦੇ ਹਾਂ। ਲਿੰਕਡਇਨ ਹੈ, ਜੋਬ ਹੰਟਰਸ ਜਿਹੜੇ ਇੰਪਲੋਈ ਜਿਨ੍ਹਾਂ ਨੂੰ ਜੋਬ ਦੀ ਲੋੜ ਹੈ ਉਹਨਾਂ ਲਈ ਬਹੁਤ ਵਧੀਆ ਹੈ। ਉਸੇ ਤਰੀਕੇ ਨਾਲ ਮੈਂ ਵੀ ਕੁਝ ਇੱਦਾਂ ਦਾ ਆਪਣੇ ਫੀਲਡ ਦੇ ਵਿੱਚ ਰਹਿ ਕੇ ਕਰਨਾ ਚਾਹੁੰਦਾ ਜਿਹਦੇ ਨਾਲ ਸਾਡੀ ਜਿਹੜੀ ਸੋਸਾਇਟੀ ਹੈ ਉਹਨਾਂ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਸੋਲਵ ਹੋ ਸਕੇ। ਮਿਦਾਂਸ਼ ਦੇ ਨਾਲ ਗੱਲਬਾਤ ਕਰ ਰਹੇ ਸੀ। ਕੱਲੀ ਗੱਲ ਜਿਹੜੀ ਆ ਮਿਦਾਂਸ਼ ਦੀ ਇੱਕ ਆਪਣੇ ਆਪ ਦੇ ਵਿੱਚ ਪੂਰੀ ਤਰ੍ਹਾਂ ਡਿਸਕ੍ਰਾਈਬ ਕਰ ਰਹੀ ਸੀ। ਕੱਲੀ ਗੱਲ ਤਰਕ ਦੇ ਨਾਲ ਦੱਸਦਾ ਨਜ਼ਰ ਆ ਰਿਹਾ ਸੀ। ਮੈਂ ਛੋਟਾ ਜਿਹਾ ਬੱਚਾ 12 ਸਾਲ ਦਾ 7ਵੀਂ ਕਲਾਸ ਦੇ ਵਿੱਚ ਪੜ੍ਹਦਾ ਮਿਦਾਂਸ਼। ਸੋ ਹੁਣ ਸਾਡੇ ਨਾਲ ਮੌਜੂਦ ਨੇ ਮਿਦਾਂਸ਼ ਦੇ ਮਾਪੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੋਹਾਂ ਨੂੰ ਬਹੁਤ ਵਧਾਈ ਕਿ ਤੁਸੀਂ ਇੰਨਾ ਬਲੈਸਡ ਬੱਚਾ ਜਿਹੜਾ ਆ ਉਹ ਗੋਡ ਗਿਫਟ ਤੁਹਾਨੂੰ ਮਿਲਿਆ। ਸੋ ਸਭ ਤੋਂ ਪਹਿਲਾਂ ਮੇਰਾ ਕੁਐਸਚਨ ਤੁਹਾਨੂੰ ਦੋਹਾਂ ਨੂੰ ਹੀ ਹੈ ਕਿ ਬੀਇੰਗ ਅ ਫਾਦਰ ਦੀ ਜੇਕਰ ਗੱਲ ਕਰੀਏ, ਇਹ ਮਾਂ ਇੱਕ ਸਾਂਭਦੀ ਆ ਘਰ ਦੇ ਵਿੱਚ, ਪਰ ਬੱਚੇ ਨੂੰ ਉਹਦਾ ਸਾਰੀਆਂ ਚੀਜ਼ਾਂ ਮੈਨੇਜ ਕਰਨ ਦੇ ਵਿੱਚ, ਜੇ ਆਪਾਂ ਐਕਸਪੈਂਸਿਸ ਦੀ ਜਾਂ ਵੈਸੇ ਗੱਲ ਕਰ ਰਹੀਏ ਜਾਂ ਸਿਧਾਂਤਾਂ ਦੀ ਗੱਲ ਕਰ ਰਹੀਏ, ਇੱਕ ਬਾਪ ਦਾ ਅਜਿਹਾ ਵੱਖਰਾ ਯੋਗਦਾਨ ਹੁੰਦਾ। ਅਤੇ ਜੇਕਰ ਮਿਦਾਂਸ਼ ਦੀ ਗੱਲ ਕਰੀਏ, ਤੁਸੀਂ ਇਹ ਸਭ ਕੁਝ ਕਿਵੇਂ ਹੈਂਡਲ ਕੀਤਾ? ਹਾਂਜੀ, ਫਸਟ ਆਫ ਆਲ ਥੈਂਕ ਯੂ ਵੈਰੀ ਮਚ ਫॉर द ਕਾइंड ਐਪਰੀਸ਼ੀਏਸ਼ਨ। ਅਤੇ ਮਿਥਾਂਸ਼ ਦੇ ਕੇਸ ਦੇ ਅਗਰ ਆਪਾਂ ਲੈ ਕੇ ਚੱਲੀਏ ਕਿ ਜਿੱਦਾਂ ਮੈਨੇਜਮੈਂਟ ਹੈ, ਅਗਰ ਸਕੂਲ ਹੈ, ਸਾਨੂੰ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਸਕੂਲ ਵਧੀਆ ਪੜ੍ਹੇ ਬੱਚਾ, ਅੱਛੀ ਐਜੂਕੇਸ਼ਨ ਲਵੇ। ਅਤੇ ਉਹਦੇ ਵਾਸਤੇ ਸਾਨੂੰ ਇੱਕ ਚੰਗਾ ਸਕੂਲ ਨੋ ਡਾਊਟ ਮਿਲਿਆ, ਕਲੋਜ਼ ਵੀ ਨੀਅਰ ਬਾਏ ਹੈਗਾ ਸਾਡੇ ਆਫਿਸ ਤੋਂ, ਅਤੇ ਵਧੀਆ ਆਪਣੀ ਸਟੱਡੀਜ਼ ਚੱਲ ਰਹੀ ਸੀਗੀ, ਬਹੁਤ ਅੱਛਾ ਕਰ ਰਿਹਾ ਸੀਗਾ। ਅਤੇ ਸਾਨੂੰ ਇਹਦੇ ਅੰਦਰ ਇੱਕ ਸਪਾਰਕ ਜਿਹੜਾ ਦਿਖਿਆ ਕਿ ਇਹ ਆਪਣੀ ਐਜੂਕੇਸ਼ਨ ਤੋਂ ਇਲਾਵਾ ਵੀ ਬਹੁਤ ਕੁਝ ਕਰ ਸਕਦਾ ਹੈ। ਜਿੱਦਾਂ ਕਿ ਆਪਣਾ ਇੰਸਟੀਚਿਊਟ ਆਪਾਂ ਚਲਾਉਂਦੇ ਹਾਂ ਅਤੇ ਉੱਥੇ ਕਈ ਸਪਾਰਕ ਦੀ ਤੁਸੀਂ ਗੱਲ ਕਰ ਰਹੇ ਹੋ, ਜਿਵੇਂ ਕਿ ਮਿਦਾਂਸ਼ ਨੇ ਵੀ ਦੱਸਿਆ ਅਤੇ ਜਾਣਕਾਰੀ ਵੀ ਹੈ ਕਿ 5 ਸਾਲਾਂ ਦਾ ਹੀ ਸੀ ਮਿਦਾਂਸ਼ ਮਹਿਜ਼। ਤੁਹਾਨੂੰ ਐਗਜ਼ੈਕਟਲੀ ਕਦੋਂ ਪਤਾ ਲੱਗਾ ਕਿ ਸਾਡੇ ਬੱਚੇ ਦੇ ਵਿੱਚ ਅਜਿਹਾ ਟੈਲੈਂਟ ਹੈਗਾ? ਇਹ ਬੇਸਿਕਲੀ ਕੀ ਹੁੰਦਾ ਸੀਗਾ, ਜਦੋਂ ਮੈਂ ਨਾ ਇੱਕ ਮਤਲਬ ਜਿੱਦਾਂ ਟੀਚ ਕਰਦਾ, ਟ੍ਰੇਨਿੰਗ ਦਿੰਦਾ, ਜਿਹੜੇ ਕਿ ਬੀਟੈਕ ਕਰ ਰਹੇ ਆ ਬੱਚੇ ਜਾਂ MCA ਕਰ ਰਹੇ ਕੋਈ, ਤਾਂ ਉਹਨਾਂ ਨੂੰ ਪ੍ਰੋਜੈਕਟ ਵਰਕ ਵਾਸਤੇ ਉਹਨਾਂ ਨੂੰ ਪ੍ਰੋਗਰਾਮਿੰਗ ਲੈਂਗੁਏਜ ਸਿਖਾਈ ਜਾਂਦੀ ਹੈ, ਠੀਕ ਹੈ। ਅਤੇ ਉਹ ਮਿਥਾਂਸ਼ ਦਾ ਸਕੂਲ ਸਿਰਫ 2 ਮਿੰਟ ਵਾਕਿੰਗ ਡਿਸਟੈਂਸ 'ਚ ਹੈਗਾ ਸਾਡੇ ਆਫਿਸ ਤੋਂ। ਛੁੱਟੀ ਤੋਂ ਬਾਅਦ ਇਹ ਸਾਡੇ ਕੋਲ ਆ ਜਾਂਦਾ ਸੀਗਾ
ਤੇ ਉਸ ਤੋਂ ਬਾਅਦ ਇਹਨੇ ਸ਼ਾਮ ਨੂੰ ਆਪਾਂ ਇਕੱਠੀ ਜਾਣਾ, ਤਕਰੀਬਨ 7-8 ਵਜੇ ਆਪਾਂ ਜਾਂਦੇ ਸੀਗੇ ਘਰੇ। ਤੇ ਉਦੋਂ ਤੱਕ ਜਿੱਦਾਂ ਕੋਈ ਵੀ ਆਪਣੇ ਬੈਚ ਚੱਲ ਰਿਹਾ ਹੈ ਉਹਦੇ 'ਚ ਇਹ ਛੋਟਾ ਜਿਹਾ ਬਹਿ ਜਾਂਦਾ ਸੀਗਾ ਵਿੱਚ। ਤੇ ਅਬ ਮੈਂ ਕੋਈ ਵੀ ਸਪੋਜ਼ ਟ੍ਰੇਨਿੰਗ ਦੇ ਰਿਹਾ ਤੇ ਇਹਨੇ ਉਸ ਟ੍ਰੇਨਿੰਗ ਨੂੰ ਜਿਹੜਾ ਹੈਗਾ ਆਪਣੇ ਮਜ਼ਾਕ 'ਚ ਕਹਿ ਲਓ ਜਾਂ ਆਪਣੇ ਉਹਨੂੰ ਇੰਟਰਸਟ ਲੈ ਕੇ ਕਹਿ ਲਓ, ਇਹਨੇ ਉਹਨੂੰ ਨੋਟ ਡਾਊਨ ਕਰਨਾ, ਉਹਨੂੰ ਫਿਰ ਆਪਣੇ ਹੌਲੀ ਹੌਲੀ ਆਪਣੇ ਹਿਸਾਬ ਨਾਲ ਇਹਨੇ ਲਰਨ ਕਰਨਾ। ਤੇ ਆਪਾਂ ਨੂੰ ਹੁੰਦਾ ਸੀ ਕਿ ਚਲੋ ਠੀਕ ਹੈ, ਆਪਣਾ ਉੱਦਾਂ ਵੀ ਤਾਂ ਫ੍ਰੀ ਬੈਠਾ ਹੋਇਆ ਤੇ ਕਲਾਸ 'ਚ ਬਹਿ ਜਾਊਗਾ। ਥੋੜ੍ਹੀ ਇਹਦੇ ਨਾਲ ਦੋਸਤੀ ਵੀ ਹੋ ਜਾਂਦੀ ਸੀਗੀ ਹੋਰ ਬੱਚਿਆਂ ਦੇ ਨਾਲ। ਤੇ ਉਦੋਂ ਇੰਨੀ ਛੋਟੀ ਉਮਰ ਦੀ ਜੇਕਰ ਗੱਲ ਕੀਤੀ ਜਾਵੇ, ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਜਿਵੇਂ ਮੈਂ ਮੈਦਾਂਸ਼ ਨੂੰ ਵੀ ਇਹੀ ਸੇਮ ਕੁਐਸਚਨ ਪੁੱਛਿਆ, ਤੇ ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਸਿਰਫ ਹੱਸਣ ਖੇਡਣ ਦਾ ਹੀ ਥੋੜਾ ਬਹੁਤਾ ਪਤਾ ਹੁੰਦਾ। ਤੇ ਤੁਹਾਨੂੰ ਇਹ ਸਭ ਕਿੱਦਾਂ ਵੱਖਰਾ ਨਹੀਂ ਮਹਿਸੂਸ ਹੋਇਆ ਕਿ ਸਾਡਾ ਬੱਚਾ ਇੱਕ ਬਿਲਕੁਲ ਅਲੱਗ ਟਰੈਕ ਦੇ ਉੱਤੇ ਜਾ ਰਿਹਾ? ਡੈਫੀਨੇਟਲੀ ਵੱਖਰਾ ਇਸ ਕਰਕੇ ਹੁੰਦਾ ਸੀਗਾ ਕਿਉਂਕਿ ਇਹਦੀ ਜਿਹੜੀ ਚੋਇਸਿਸ ਹੈਗੀ ਹੈ ਉਹ ਇੰਟੈਲੈਕਚੁਅਲ ਤੁਸੀਂ ਕਹਿ ਸਕਦੇ ਹੋ ਕਿ ਜ਼ਿਆਦਾ ਸੀਗੀ। ਇਹ ਮਤਲਬ ਹਰ ਇੱਕ ਬੰਦੇ ਨੂੰ ਇੱਕ ਇੰਟਰਸਟ ਹੁੰਦਾ ਹੈ ਕਿ ਮੈਂ ਕੋਈ ਵੀ ਕੰਮ ਕਰ ਰਿਹਾ, ਮੈਨੂੰ ਉਸ ਕੰਮ ਕਰਨ 'ਚ ਮਜ਼ਾ ਆ ਰਿਹਾ ਹੈ, ਠੀਕ ਹੈ। ਤੇ ਇਹ ਜਿਹੜਾ ਕੰਮ ਮਤਲਬ ਇਹ ਸਿੱਖਣ ਦਾ ਜਿਹੜਾ ਕੋਈ ਵੀ ਕੰਮ ਸੀਗਾ, ਇਹਨੂੰ ਕੋਈ ਨਵੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਪਣੇ ਦੇਖਣ 'ਚ, ਉਹਨੂੰ ਸਮਝਣ 'ਚ ਕਿ ਇਹ ਕਿੱਦਾਂ ਹੁੰਦਾ ਹੈ, ਉਹ ਕਿੱਦਾਂ ਹੁੰਦਾ ਹੈ। ਤੇ ਉਹ ਚੀਜ਼ਾਂ ਜਿਹੜੀਆਂ ਕਦੋਂ ਵੀ ਸੁਣਦਾ ਸੀਗਾ ਕਿ ਪਾਪਾ ਆਹ ਕੀ ਹੁੰਦਾ ਹੈ। ਹੁਣ ਮੈਂ ਸਪੋਜ਼ ਇੱਕ ਪ੍ਰੋਗਰਾਮਿੰਗ ਦੀ ਗੱਲ ਕਰਾਂ, ਜਾਵਾ, ਤੇ ਪੁੱਛੂਗਾ ਪਾਪਾ ਜਾਵਾ ਕੀ ਹੁੰਦੀ ਹੈ, ਇਹਦੇ ਨਾਲ ਕੀ ਹੋ ਜਾਂਦਾ ਹੈ, ਇਹਦੇ ਨਾਲ ਸੌਫਟਵੇਅਰ ਕੀ ਹੁੰਦਾ ਹੈ, ਇਹਦੇ ਨਾਲ ਵੈਬਸਾਈਟ ਕੀ ਹੁੰਦੀ ਹੈ। ਤੇ ਹੀ ਆਲਵੇਜ਼ ਬੀ ਕਿਊਰੀਅਸ ਟੂ ਨੋ ਆਲ ਥੀਸ ਥਿੰਗਸ। ਤੇ ਉਹਦੇ ਵਾਸਤੇ ਫਿਰ ਆਪਾਂ ਜਦੋਂ ਇਹਨੂੰ ਦੱਸਦੇ ਸੀਗੇ, ਉਹਨਾਂ ਨੂੰ ਇਹ ਰਿਟੇਨ ਕਰਦਾ ਸੀਗਾ ਮਾਈਂਡ ਦੇ ਅੰਦਰ, ਉਹਨੂੰ ਚੰਗੀ ਤਰ੍ਹਾਂ ਗ੍ਰੈਸਪ ਕਰਦਾ ਸੀਗਾ। ਸਾਨੂੰ ਨਹੀਂ ਪਤਾ ਸੀਗਾ ਕਿ ਇਹ ਚੀਜ਼ ਇਹ ਕਰ ਰਿਹਾ, ਬਟ ਜਦੋਂ ਆਪਾਂ ਇਹਨੂੰ ਦੇਖਿਆ ਕਿ ਹਾਂ ਇਹ ਕੁਝ ਡਿਵੈਲਪਮੈਂਟ ਫੇਸ ਦੇ ਅੰਦਰ ਆ ਚੁੱਕੀ ਹੈ ਕਿ ਪਾਪਾ ਮੈਨੇ ਬਣਾਇਆ, ਮੈਨੇ ਇਹ ਚੀਜ਼ ਬਣਾਤੀ, ਉਦੋਂ ਫਿਰ ਸਾਨੂੰ ਲੱਗਿਆ ਕਿ ਨਹੀਂ ਇਹਦੇ ਕੋਲ ਕੈਪੇਬਿਲਿਟੀ ਹੈਗੀ ਹੈ ਲਰਨ ਕਰਨ ਦੀ। ਫਿਰ ਆਪਾਂ ਉਹਨਾਂ ਨੂੰ ਐਕਸਪਲੋਰ ਕਰਨਾ ਸ਼ੁਰੂ ਕੀਤਾ। ਅਚੀਵਮੈਂਟਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਿਦਾਂਸ਼ ਨੂੰ ਹੁਣ ਤੱਕ ਕਿੰਨੀਆਂ ਅਚੀਵਮੈਂਟਸ ਤੇ ਕਿਹੜੀਆਂ ਅਚੀਵਮੈਂਟਸ ਪ੍ਰਾਪਤ ਹੋ ਚੁੱਕੀਆਂ ਨੇ? ਮਿਧਾਂਸ਼ ਕੋਲ ਤਾਂ ਦੇਖੋ ਜੀ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਸੀਗੀ, ਤੇ ਜਿੱਦਾਂ ਹੁਣ ਮੈਂ ਤੁਹਾਨੂੰ ਇੱਕ ਦਿਖਾਉਣਾ ਚਾਹੂੰਗਾ ਕਿ ਦਿਸ ਇਜ਼ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਜਿਹੜਾ ਹੈਗਾ, ਤੇ ਇਹ 29 ਬੱਚਿਆਂ ਨੂੰ ਪੂਰੇ ਇੰਡੀਆ 'ਚ ਮਿਲਿਆ ਸੀਗਾ ਔਰ ਮਿਧਾਂਸ਼ ਇਜ਼ ਵਨ ਆਫ ਦੈਮ। ਤੇ ਸੋਸ਼ਲ ਸਰਵਿਸ ਕੈਟੇਗਰੀ ਦੇ ਅੰਦਰ ਕਰੋਨਾ ਪੈਂਡੇਮਿਕ ਦੇ ਅੰਦਰ ਇਹਨੇ ਆਪਣੀ ਜਿਹੜੀ ਹੈਗੀ ਸਮਾਜ ਵਾਸਤੇ ਕਾਫੀ ਇੰਨੀ ਸੇਵਾ ਕੀਤੀ, ਤੇ ਉਹਦੇ ਵਾਸਤੇ ਸੋਸ਼ਲ ਸਰਵਿਸ ਕੈਟੇਗਰੀ ਦੇ ਅੰਦਰ ਇਹਨੂੰ ਨੈਸ਼ਨਲ ਚਾਈਲਡ ਅਵਾਰਡ ਮਿਲਿਆ। ਉਸ ਤੋਂ ਇਲਾਵਾ ਇਹਨੂੰ ਹੋਰ ਵੀ ਕਈ ਇਹਦੇ ਨਾਮ ਦਰਜ ਹੋਏ ਰਿਕਾਰਡ ਬੁੱਕਸ ਦੇ ਅੰਦਰ। ਐਜ਼ ਅ ਯੰਗੈਸਟ ਵੈਬਸਾਈਟ ਡਿਵੈਲਪਰ ਇਹਦਾ ਨਾਮ ਦਰਜ ਹੋਇਆ ਇੰਡੀਆ ਬੁੱਕ ਆਫ ਰਿਕਾਰਡਸ, ਵਰਲਡ ਰਿਕਾਰਡਸ ਇੰਡੀਆ ਦੇ ਅੰਦਰ। ਫਿਰ ਐਜ਼ ਅ ਯੰਗੈਸਟ ਕਰੋਨਾ ਵਾਰੀਅਰ ਦੇ ਤੌਰ 'ਤੇ ਇਹਦਾ ਨਾਮ ਦਰਜ ਹੋਇਆ ਵਰਲਡ ਬੁੱਕ ਆਫ ਰਿਕਾਰਡਸ ਦੇ ਅੰਦਰ, ਜਿੱਦਾਂ ਕਿ ਇਹ ਇਹਦਾ ਇੱਕ ਸਰਟੀਫਿਕੇਟ ਹੈਗਾ। ਐਜ਼ ਅ ਲੰਡਨ ਤੋਂ ਇੱਕ ਆਪਣੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ ਉਹਦੇ ਅੰਦਰ ਇੱਕ ਨਾਮ ਦਰਜ ਹੋਇਆ ਸੀਗਾ। ਫਿਰ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ, ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਇਹਨੂੰ ਕਾਫੀ ਜ਼ਿਆਦਾ ਸਰਟੀਫਿਕੇਸ਼ਨਸ ਮਿਲੀ, ਜਿੱਦਾਂ ਕਿ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਜਿਹੜਾ ਪ੍ਰੋਜੈਕਟ ਸੀਗਾ ਉਹ ਸਾਰਾ ਇਹਨੇ ਡਿਵੈਲਪ ਕੀਤਾ ਸੀਗਾ। ਤੇ ਹੀ ਇਜ਼ ਦਾ ਓਨਲੀ ਵਨ ਟੂ ਗੈਟ ਦਾ ਸਰਟੀਫਿਕੇਟ ਫਰੋਮ ਦਾ ਪੰਜਾਬ ਗਵਰਨਮੈਂਟ। ਮਿਸ਼ਨ ਫਤਿਹ ਦਾ ਸਰਟੀਫਿਕੇਟ ਇਕੱਲਾ ਇਕਲੌਤਾ ਇਸ ਬੱਚੇ ਨੂੰ ਮਿਲਿਆ ਸੀਗਾ, ਉਦੋਂ ਇਹ 10 ਕੁ ਸਾਲ ਦਾ ਸੀਗਾ ਤਕਰੀਬਨ। ਰੀਸੈਂਟ ਜਿਹੜਾ ਹੈਗਾ ਇਹਨੂੰ ਅਵਾਰਡ ਮਿਲਿਆ ਸੀਗਾ, ਡਾਕਟਰ ਕਿਰਨ ਬੇਦੀ ਜੀ ਹੈਗੇ ਹੈ, ਉਹਨਾਂ ਤੋਂ ਇੰਡੀਅਨ CSR ਅਵਾਰਡ ਜਿਹੜਾ ਹੈਗਾ ਗੁੜਗਾਉਂ 'ਚ ਹੋਇਆ ਸੀਗਾ, ਉਹਨਾਂ ਵੱਲੋਂ ਅਵਾਰਡ ਮਿਲਿਆ ਸੀਗਾ। ਇਸ ਤਰ੍ਹਾਂ ਦੀਆਂ ਕਈ ਹੋਰ ਵੀ ਅਚੀਵਮੈਂਟਸ ਹੈਗੀ ਹੈ। ਫਸਟ ਵੀਜ਼ਾ ਜਿਹੜਾ ਇਹਦਾ ਲਾਈਫ 'ਚ ਲੱਗਿਆ ਉਹ ਇੱਕ ਸ਼ੈਂਗਨ ਵੀਜ਼ਾ ਸੀਗਾ, ਲੈਟਵੀਆ ਗਿਆ, ਯੂਰੋਪੀਅਨ ਨੇਸ਼ਨ ਚੈਂਬਰ ਆਫ ਕਾਮਰਸ ਵੱਲੋਂ ਯੰਗੈਸਟ ਐਂਟਰਪ੍ਰੈਨਿਓਰ ਦਾ ਅਵਾਰਡ ਮਿਲਿਆ। ਤੇ ਦੀਜ਼ ਆਰ ਦਾ ਡਿਫਰੈਂਟ ਕਾਈਂਡ ਆਫ ਅਚੀਵਮੈਂਟਸ ਹੀ ਹੈਜ਼। ਮਾਂ ਦੀ ਗੱਲ ਕੀਤੀ ਜਾਵੇ, ਇੱਕ ਮਾਂ ਦਾ ਆਪਣੇ ਬੱਚੇ ਦੇ ਕਿਸੇ ਵੀ ਅਚੀਵਮੈਂਟ ਦੇ ਵਿੱਚ ਇੱਕ ਬਿਲਕੁਲ ਵੱਖਰਾ ਯੋਗਦਾਨ ਹੁੰਦਾ, ਕਿਉਂਕਿ ਪੇਰੈਂਟਸ ਦੀ ਜੇਕਰ ਗੱਲ ਕੀਤੀ ਜਾਵੇ, ਬਾਪ ਦਾ ਸਾਇਆ, ਜਾਣੀ ਬਾਪ ਹਮੇਸ਼ਾ ਇੱਕ ਟਾਈਮ ਨਹੀਂ ਗੁਜ਼ਾਰ ਸਕਦਾ ਆਪਣੇ ਬੱਚਿਆਂ ਦੇ ਨਾਲ। ਤੇ ਬੀਇੰਗ ਅ ਮਦਰ ਤੁਸੀਂ ਕਿਵੇਂ ਮੈਨੇਜ ਕੀਤਾ ਇਹ ਸਭ ਕੁਝ, ਸਟੱਡੀ ਵੀ, ਸਭ ਕੁਝ, ਤੁਹਾਡਾ ਘਰ ਦਾ ਵੀ ਕੰਮ, ਇਹ ਸਭ ਕੁਝ ਕਿਵੇਂ ਮੈਨੇਜ ਹੋ ਪਾਇਆ? ਐਕਚੁਅਲੀ ਮੇਰੇ ਲਈ ਮੈਨੇਜ ਕਰਨਾ ਇਸ ਲਈ ਈਜ਼ੀ ਹੋ ਗਿਆ ਕਿਉਂਕਿ ਮੈਂ ਖੁਦ ਵੀ ਵਰਕਿੰਗ ਆ ਆਪਣੇ ਹਸਬੈਂਡ ਦੇ ਨਾਲ, ਤੇ ਆਫਿਸ ਸਾਡਾ ਸੇਮ ਹੀ ਹੈ। ਔਰ ਮਿਧਾਂਸ਼ ਦਾ ਸਕੂਲ ਜਿੱਦਾਂ ਕਿ ਹਸਬੈਂਡ ਨੇ ਦੱਸਿਆ ਕਿ ਬਿਲਕੁਲ ਨੀਅਰ ਬਾਏ ਸੀਗਾ, ਔਰ ਅਸੀਂ ਆਲਵੇਜ਼ ਅਗਰ ਤਿੰਨੋਂ ਇੱਕੋ ਹੀ ਪਲੇਸ 'ਤੇ ਹੈਗੇ ਹਾਂ ਤਾਂ ਸਾਡੇ ਲਈ ਉਸ ਚੀਜ਼ ਨੂੰ ਮੈਨੇਜ ਕਰਨਾ ਈਜ਼ੀ ਹੋ ਰਿਹਾ। ਉਸ ਤਰੀਕੇ ਨਾਲ ਬਸ ਮੈਨੇਜ ਕਰ ਲਿਆ ਕਿਉਂਕਿ ਮਿਧਾਂਸ਼ ਨੇ ਸਕੂਲੋਂ ਆਫਿਸ ਹੀ ਆਉਣਾ, ਇੱਥੇ ਹੀ ਇਹਦਾ ਖਾਣੇ ਵਗੈਰਾ ਦਾ ਅਰੇਂਜਮੈਂਟ ਮੈਂ ਕਰਕੇ ਰੱਖਦੀ ਸੀਗੀ, ਨਾਲ ਕੈਰੀ ਕਰ ਲੈਂਦੇ ਸੀ ਜਾਂ ਘਰ ਵੀ ਚਲੇ ਜਾਂਦੇ ਸੀ ਖਾਣਾ ਵਗੈਰਾ ਖਾਣ ਲਈ। ਅਤੇ ਜਿਹੜੀ ਸਕੂਲ ਦੀ ਸਟੱਡੀਜ਼ ਹੁੰਦੀ ਸੀ, ਕਿਉਂਕਿ ਸਕੂਲ ਬੈਗ ਇੱਥੇ ਹੀ ਹੁੰਦਾ ਸੀ, ਤਾਂ ਥੋੜ੍ਹਾ ਬਹੁਤ ਜ਼ਰੂਰਤ ਪੈਂਦੀ ਸੀ ਤਾਂ ਮੈਂ ਇਹਨੂੰ ਇੱਥੇ ਹੀ ਪੜ੍ਹਾ ਦਿੰਦੀ ਸੀ। ਓਬਵੀਅਸ ਐਗਜ਼ਾਮਸ ਦੇ ਟਾਈਮ ਥੋੜ੍ਹਾ ਜ਼ਰੂਰਤ ਪੈਂਦਾ ਸੀ, ਅਦਰਵਾਈਜ਼ ਸਕੂਲ ਤੋਂ ਹੀ ਇਹ ਸਾਰੀ ਤਿਆਰੀ ਕਰਕੇ ਹੀ ਆਉਂਦਾ ਸੀਗਾ। ਮਤਲਬ ਸਕੂਲ 'ਚ ਟੀਚਰਸ ਇੰਨੇ ਜ਼ਿਆਦਾ, ਇਹਨਾਂ ਦੇ ਟੈਸਟ, ਟਰਮ, ਯੂਨਿਟ ਟੈਸਟ ਉਹ ਇੰਨੇ ਹੋ ਜਾਂਦੇ ਸੀ ਕਿ ਸਾਨੂੰ ਕੁਛ ਜ਼ਿਆਦਾ ਹੈਡੇਕ ਲੈਣ ਦੀ ਜ਼ਰੂਰਤ ਨਹੀਂ ਸੀ ਪੈਂਦੀ। ਸਭ ਤੋਂ ਪਹਿਲਾਂ ਜਦੋਂ ਮਿਧਾਂਸ਼ ਨੂੰ ਇੱਕ ਅਚੀਵਮੈਂਟ ਮਿਲੀ, ਉਦੋਂ ਸਭ ਤੋਂ ਪਹਿਲਾਂ ਰਿਐਕਸ਼ਨ ਕਿਵੇਂ ਦਾ ਆਇਆ? ਜਿਹੜੀ ਇਹਦੀ ਫਸਟ ਸਭ ਤੋਂ ਅਚੀਵਮੈਂਟ ਸੀਗੀ ਉਹ 21 ਜੂਨ ਇਹਨੇ ਇੱਕ ਵੈਬਸਾਈਟ ਬਣਾ ਕੇ ਲਾਂਚ ਕੀਤੀ ਸੀਗੀ, ਪਲੱਸ ਇੱਕ ਸਕੂਲ ਦੀ ਵੈਬਸਾਈਟ ਸੀਗੀ ਜੋ ਬਣਾ ਕੇ ਡੋਨੇਟ ਕੀਤੀ ਸੀਗੀ। ਮਤਲਬ ਇੱਕ ਡਰੀਮ ਜਿਹਾ ਲੱਗ ਰਿਹਾ ਸੀ ਕਿ ਸੱਚੀ ਇਹ ਹੋ ਸਕਦਾ ਹੈ
ਕਿ ਇੰਨਾ ਛੋਟਾ ਜਿਹਾ ਮਿਧਾਸ਼, ਮਾਂ ਬਾਪ ਲਈ ਬੱਚਾ ਹਮੇਸ਼ਾ ਦੇਖੋ ਛੋਟਾ ਹੀ ਰਹਿੰਦਾ ਹੈ ਨਾ। ਓਬਵੀਅਸ ਉਦੋਂ ਸੀਗਾ ਵੀ ਬਹੁਤ ਛੋਟਾ, ਔਰ ਉਦੋਂ ਇੱਦਾਂ ਲੱਗ ਰਿਹਾ ਸੀਗਾ ਕਿ ਯਾਰ ਜੋ ਕੰਮ ਅਸੀਂ ਹੁਣ ਇਸ ਏਜ 'ਚ ਕਰ ਰਹੇ ਹਾਂ, ਓਬਵੀਅਸ ਮੈਂ ਉਦੋਂ ਸ਼ਾਇਦ 35 ਦੇ ਨੀਅਰ ਅਬਾਊਟ ਹੋਊਂਗੀ ਹੈ ਨਾ, ਅਤੇ ਇੱਦਾਂ ਲੱਗ ਰਿਹਾ ਸੀ ਕਿ ਯਾਰ ਮਿਧਾਂਸ਼ ਇੰਨਾ ਛੋਟਾ ਜਿਹਾ ਹੀ ਕਰ ਰਿਹਾ। ਮਤਲਬ ਵਾਓ, ਜੋ ਕਦੇ ਕਿਸੇ ਬੱਚਿਆਂ ਲਈ ਸੁਣਦੇ ਸੀ ਕਿ ਕਿਸੇ ਦੇ ਬੱਚੇ ਨੇ ਇਹ ਕੀਤਾ ਉਹ ਕੀਤਾ, ਲੱਗ ਰਿਹਾ ਸੀ ਕਿ ਯਾਰ ਮਤਲਬ ਥੈਂਕਸ ਟੂ ਗੋਡ ਅੱਜ ਪਰਮਾਤਮਾ ਨੇ ਸਾਨੂੰ ਵੀ ਉਹ ਮੌਕਾ ਦਿੱਤਾ ਹੈਗਾ। ਮਤਲਬ ਉਸ ਟਾਈਮ ਬਹੁਤ ਜ਼ਿਆਦਾ ਆਪਣੇ ਆਪ ਨੂੰ ਅਸੀਂ ਬਲੈਸਡ ਫੀਲ ਕਰ ਰਹੇ ਸੀਗੇ ਕਿ ਪਰਮਾਤਮਾ ਦੀ ਇੱਕ ਜਿਹੜੀ ਕਿਰਪਾ ਉਹ ਸਾਡੇ 'ਤੇ ਹੈ ਨਾ ਉਸ ਤਰੀਕੇ ਨਾਲ ਇੱਕ ਬੱਚੇ ਦੇ ਰੂਪ 'ਚ ਹੈਗੀ ਹੈ ਸਾਡੇ ਕੋਲ। ਮਿਧਾਂਸ਼ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਪ੍ਰਾਪਤੀਆਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਕਿ ਬਾਕੀ ਬੱਚਿਆਂ ਨਾਲੋਂ ਕਿਤੇ ਨਾ ਕਿਤੇ ਬਹੁਤ ਅਲੱਗ ਆ, ਪਰ ਜੇਕਰ ਉਹਦਾ ਗੱਲ ਕੀਤੀ ਜਾਵੇ ਤਾਂ ਉਹਦਾ ਕਿੰਨਾ ਕੁ ਵੱਖਰਾ ਲੱਗਦਾ ਹੈ ਘਰ ਦੇ ਵਿੱਚ ਹੱਸਣ ਖੇਡਣ ਦੇ ਵਿੱਚ, ਜਿਵੇਂ ਬਾਕੀ ਬੱਚੇ ਸ਼ਰਾਰਤਾਂ ਜਾਂ ਹੋਰ ਕਿੰਨਾ ਕੁਝ ਹੁੰਦਾ ਹੈ ਕਰਨ ਨੂੰ। ਮਿਧਾਂਸ਼ ਸ਼ੁਰੂ ਤੋਂ ਹੀ ਸ਼ਰਾਰਤੀ ਨਹੀਂ ਸੀਗਾ, ਬਚਪਨ ਤੋਂ ਹੀ, ਚਾਈਲਡਹੁੱਡ ਤੋਂ। ਜਿੱਦਾਂ ਅਕਸਰ ਬੱਚੇ ਸ਼ਰਾਰਤਾਂ ਕਰਦੇ ਨੇ ਨਾ ਕਿ ਮੋਬਾਈਲ ਤੋੜਤੇ ਜਾਂ ਕਿਤੇ ਵੀ ਗਏ ਜਿੱਦ ਕਰਨੀ, ਸਟਬਨ ਟਾਈਪ ਆਫ, ਜਿੱਦਾਂ ਸੌਰੀ ਅੱਜ ਕੱਲ੍ਹ ਬੱਚੇ ਬੜਾ ਨਾ ਨੀਚੇ ਲਿਟ ਜਾਂਦੇ ਨੇ ਕਿ ਸ਼ਰਾਰਤੀ, ਮਤਲਬ ਨੈਵਰ ਕਦੇ ਵੀ ਇਹਨੇ ਸਾਨੂੰ ਇੱਦਾਂ ਐम्बੈਰਸ ਨਹੀਂ ਕਿਤੇ ਵੀ ਫੀਲ ਕਰਵਾਇਆ, ਨਾਟ ਈਵਨ ਅ ਸਿੰਗਲ ਟਾਈਮ, ਨਾ ਘਰੇ ਨਾ ਬਾਹਰ ਕਿਤੇ ਵੀ ਨਹੀਂ। ਉਹ ਚੀਜ਼ ਇਹ 'ਚ ਸ਼ੁਰੂ ਤੋਂ ਹੀ ਸੀਗੀ। ਈਵਨ ਬਹੁਤ ਛੋਟਾ ਸੀਗਾ, ਜਦੋਂ ਇਹ 3 ਸਾਲ ਦਾ ਸੀ ਮੈਂ ਉਦੋਂ ਤੋਂ ਹੀ ਆਫਿਸ ਜੁਆਇਨ ਕਰ ਲਿਆ ਸੀਗਾ। ਉਸ ਤੋਂ ਪਹਿਲਾਂ ਨੋ ਡਾਊਟ ਮੈਂ ਘਰ ਹੀ ਰਹਿੰਦੀ ਸੀਗੀ। 3 ਸਾਲ ਦਾ ਬੱਚਾ ਕਿੰਨਾ ਕੁ ਹੁੰਦਾ, ਆਪਾਂ ਉਹਨੂੰ ਕੀ ਰੋਕ ਸਕਦੇ ਹਾਂ ਸ਼ਰਾਰਤਾਂ ਕਰਨ ਤੋਂ? ਨੈਵਰ। ਬਟ ਜਦੋਂ ਵੀ ਮੈਂ ਮੀਟਿੰਗਸ 'ਚ ਜਾਣਾ ਜਾਂ ਆਫਿਸ 'ਚ ਸਟੂਡੈਂਟਸ ਨੇ ਆਉਣਾ, ਕਦੇ ਵੀ ਕਿਸੇ ਬੱਚੇ ਨੇ ਮੈਨੂੰ ਇਹ ਨਹੀਂ ਕਿਹਾ ਕਿ ਮੈਮ ਮਿਧਾਂਸ਼ ਤੰਗ ਕਰ ਰਿਹਾ, ਮਿਧਾਂਸ਼ ਨੇ ਸਾਡਾ ਕੰਪਿਊਟਰ ਬੰਦ ਕਰਤਾ ਜਾਂ ਮਿਧਾਂਸ਼ ਨੇ ਸਾਡੇ ਤੋਂ ਪੈਨ ਖੋਲਿਆ, ਨੈਵਰ, ਕਦੇ ਵੀ ਨਹੀਂ। ਮਤਲਬ ਫਰੋਮ ਦਾ ਵੈਰੀ ਬਿਗਨਿੰਗ ਯੂ ਆਰ ਬਲੈਸਡ ਵਿਦ ਡਿਫਰੈਂਟ ਵੇ ਵਿਦ ਮਿਧਾਂਸ਼। ਐਗਜ਼ੈਕਟਲੀ। ਈਵਨ ਬੱਚੇ ਤਾਂ ਇਹ ਕਹਿੰਦੇ ਸੀ ਮੈਮ ਮਿਧਾਂਸ਼ ਨੂੰ ਅਸੀਂ ਘਰੇ ਲੈ ਜਾਈਏ, ਬਹੁਤ ਸਵੀਟ ਹੈਗਾ। ਮਤਲਬ ਕਈ, ਔਰ ਇਹ ਵੀ ਤਿਆਰ ਹੋ ਜਾਂਦਾ ਸੀ ਜਾਣ ਵਾਸਤੇ, ਮੰਮੀ ਮੈਂ ਜਾਊਂ ਮਤਲਬ ਛੋਟਾ ਜਿਹਾ। ਮੈਨੂੰ ਯਾਦ ਹੈ ਆਈ ਥਿੰਕ ਉਦੋਂ ਸਿਰਫ 3 ਸਾਲ ਦਾ ਸੀ, ਪੌਣੇ 3 ਸਾਲ ਦਾ ਸੀਗਾ। ਬੱਚਿਆਂ ਨੇ ਕਿਹਾ ਕਿ ਮੈਮ ਇਹ ਬਹੁਤ ਸਵੀਟ ਆ, ਅਸੀਂ ਇਹਨੂੰ ਘਰੇ ਲੈ ਕੇ ਆਉਣਾ। ਮੈਂ ਕਿਹਾ ਲੈ ਜਾਓ ਮੰਮੀ ਬਾਏ, ਮਤਲਬ ਬਾਏ ਕਰਕੇ ਉਹ ਜਾ ਰਿਹਾ ਮੈਨੂੰ। ਔਰ ਈਵਨ ਤੁਸੀਂ ਮੰਨੋਗੇ ਨਹੀਂ, ਅਗਰ ਅਸੀਂ ਬਾਹਰ ਕਿਤੇ ਡਿਨਰ ਵਗੈਰਾ ਕਰਨ ਜਾਂਦੇ ਸੀ ਤਾਂ ਉੱਥੇ ਕੋਈ ਬਿਊਟੀਫੁਲ ਜਿਹਾ ਕਪਲ ਲੱਭ ਲੈਂਦਾ ਸੀ ਅਤੇ ਉਹਨਾਂ ਨਾਲ ਜਾ ਕੇ ਬੈਠ ਜਾਂਦਾ ਸੀਗਾ, ਉਹਨਾਂ ਨਾਲ ਫਰੈਂਡਸ਼ਿਪ ਕਰ ਲੈਂਦਾ ਸੀ। ਮਤਲਬ ਨੈਵਰ ਐਵਰ ਇਹਨੇ ਸਾਨੂੰ ਕਦੇ ਐम्बੈਰਸ ਨਹੀਂ ਫੀਲ ਕਰਵਾਇਆ, ਛੋਟੇ ਹੁੰਦੇ ਵੀ ਨਹੀਂ। ਔਰ ਉਹੀ ਚੀਜ਼ ਇਹ 'ਚ ਹੁਣ ਵੀ ਹੈ, ਅਗਰ ਕੋਈ ਮੀਟਿੰਗ ਚੱਲ ਰਹੀ ਹੈ, ਮਤਲਬ ਕੁਝ ਵੀ ਹੋ ਜੇ ਸਾਨੂੰ ਬਿਲਕੁਲ ਡਿਸਟਰਬ ਨਹੀਂ ਕਰਦਾ। ਹੁਣ ਤਾਂ ਚਲੋ ਇਹਦੀਆਂ ਆਪਣੀਆਂ ਬੜੀਆਂ ਅਚੀਵਮੈਂਟ ਹੋ ਗਈਆਂ, ਹੁਣ ਤਾਂ ਇਹਨੂੰ ਉਸ ਚੀਜ਼ ਦੀ ਸਮਝ ਵੀ ਆ ਗਈ ਹੈ। ਬਟ ਲਿਟਰਲੀ ਉਦੋਂ ਵੀ ਲੋਕ ਸਾਨੂੰ ਇਹੀ ਕਹਿੰਦੇ ਸੀ ਕਿ ਯਾਰ ਕਮਾਲ ਹੈ ਤੁਹਾਡਾ ਬੱਚਾ, 2 ਘੰਟੇ ਹੋ ਗਏ ਤੁਹਾਨੂੰ ਮੀਟਿੰਗ ਕਰਦੇ, ਔਰ ਇਹ ਚੇਅਰ ਤੋਂ ਹੀ ਨਹੀਂ ਹਿੱਲਿਆਗਾ, ਮਤਲਬ ਇਹ ਬੈਠਾ ਕਿੱਦਾਂ ਹੈਗਾ। ਸਾਡੇ ਬੱਚੇ ਤਾਂ ਹੁਣ ਨੂੰ ਪਤਾ ਨਹੀਂ ਕੀ ਖਿਲਾਰ ਦਿੰਦੇ, ਠੀਕ ਹੈ ਨਾ। ਅਤੇ ਲੋਕ ਉਦੋਂ ਹੀ ਬੜਾ ਹੈਰਾਨ ਹੁੰਦੇ ਸੀਗੇ। ਲੋਕ ਮਿਧਾਂਸ਼ ਤੋਂ ਹਮੇਸ਼ਾ ਹੀ ਹੈਰਾਨ ਹੁੰਦੇ ਹੈ, ਜਿਵੇਂ ਕਿ ਤੁਸੀਂ ਬਿਆਨ ਕੀਤਾ ਸ਼ੁਰੂ ਤੋਂ ਹੀ। ਪਰ ਇੱਕ ਮਾਂ ਹੋਣ ਦੇ ਨਾਤੇ ਤੁਸੀਂ ਇੱਕ ਬਾਕੀ ਮਾਵਾਂ ਨੂੰ ਕੀ ਅਪੀਲ ਕਰਦੇ ਹੋ, ਕੀ ਸੰਦੇਸ਼ ਦੇਣਾ ਚਾਹੁੰਦੇ ਕਿ ਇਸ ਤਰੀਕੇ ਦੇ ਨਾਲ ਹਰ ਕਿਸੇ ਦਾ ਇਹ ਸੁਪਨਾ ਹੁੰਦਾ ਕਿ ਉਹਨਾਂ ਦਾ ਬੱਚਾ ਇੱਕ ਵੱਖਰੀਆਂ ਪ੍ਰਾਪਤੀਆਂ ਕਰੇ? ਦੇਖੋ, ਇੱਕ ਮਾਂ ਹੋਣ ਦੇ ਨਾਤੇ ਇਹ ਹੈ ਕਿ ਨੋ ਡਾਊਟ ਹਰ ਪੇਰੈਂਟਸ ਆਪਣੇ ਬੱਚੇ ਦੀ ਅੱਛੀ ਹੀ ਪਰਵਰਿਸ਼ ਕਰਦੇ ਆ, ਜਿੰਨਾ ਵੀ ਉਹਨਾਂ ਤੋਂ ਬਣ ਪਾਉਂਦਾ। ਈਵਨ ਕਹਿੰਦੇ ਨੇ ਆਪਣੀ ਚੱਦਰ ਤੋਂ ਬਾਹਰ ਹੋ ਕੇ ਵੀ ਉਹ ਆਪਣੇ ਬੱਚਿਆਂ ਲਈ ਕਰਦੇ ਆ। ਬਟ ਜ਼ਰੂਰੀ ਨਹੀਂ ਕਿ ਸਾਰੇ ਬੱਚੇ ਉਸ ਤਰੀਕੇ ਨਾਲ ਕਰ ਪਾਉਣ, ਠੀਕ ਹੈ। ਟੈਲੈਂਟ ਸਾਰਿਆਂ 'ਚ ਹੁੰਦਾ ਹੈ, ਬਟ ਸਮਟਾਈਮ ਨਹੀਂ ਵੀ ਕਰ ਪਾਉਂਦੇ। ਕੋਈ ਵੀ ਪ੍ਰੋਬਲਮ ਹੋ ਸਕਦੀ ਹੈ, ਫਾਈਨੈਂਸ਼ੀਅਲ ਹੋ ਸਕਦੀ ਹੈ, ਜਾਂ ਉਹ ਨਹੀਂ ਇੰਨੇ ਐਕਟਿਵ ਹੈਗੇ, ਕੁਝ ਵੀ ਹੋ ਸਕਦਾ। ਬਟ ਐਜ਼ ਆ ਮਦਰ ਮੈਂ ਕਹੂੰਗੀ ਕਿ ਫਿਰ ਵੀ ਪੇਰੈਂਟਸ ਨੂੰ ਇੱਕ ਕਹਿੰਦੇ ਆ ਨਾ ਕਿ ਇੱਕ ਉਹ ਕਰਦੇ ਰਹਿਣਾ ਚਾਹੀਦਾ ਹੈ ਬਾਰ-ਬਾਰ ਕਿ ਚਲੋ ਉਹਨਾਂ ਦਾ ਬੱਚਾ ਉਸ ਚੀਜ਼ ਤੋਂ ਪਿੱਛੇ ਨਾ ਹਟੇ, ਠੀਕ ਹੈ ਨਾ। ਜਿੰਨੀ ਕੁ ਉਹਦੀ ਸਪੋਰਟ ਹੈਲਪ ਕਰ ਸਕਦੇ ਨੇ ਉਹ ਉਹਨਾਂ ਨੂੰ ਕਰਨੀ ਚਾਹੀਦੀ ਹੈ। ਅਗਰ ਉਹਨਾਂ ਦਾ ਸਭ ਤੋਂ ਇੰਪੋਰਟੈਂਟ ਚੀਜ਼ ਤਾਂ ਇਹ ਹੈ ਕਿ ਜਿਸ ਫੀਲਡ 'ਚ ਉਹਨਾਂ ਦਾ ਬੱਚਾ ਕਰਨਾ ਚਾਹੁੰਦਾ, ਉਹਨਾਂ ਨੂੰ ਉਸ ਫੀਲਡ 'ਚ ਉਹਦੀ ਸਪੋਰਟ ਕਰਨੀ ਚਾਹੀਦੀ ਹੈ, ਨਾ ਕਿ ਆਪਣੀਆਂ ਚੀਜ਼ਾਂ ਉਹ 'ਤੇ ਥੋਪਣੀਆਂ ਚਾਹੀਦੀਆਂ ਕਿ ਤੂੰ ਇੰਜੀਨੀਅਰ ਬਣ, ਤੂੰ ਡਾਕਟਰ ਬਣ। ਉਹ ਬਣ ਹੀ ਨਹੀਂ ਪਾਏਗਾ, ਕਦੇ ਵੀ ਨਹੀਂ ਬਣ ਸਕੇਗਾ। ਈਵਨ ਸਾਡਾ ਵੀ ਇੱਦਾਂ ਦਾ ਕੋਈ ਡਰੀਮ ਨਹੀਂ ਸੀ ਕਿ ਮਿਧਾਂਸ਼ ਨੂੰ ਕੰਪਿਊਟਰ ਲਾਈਨ 'ਚ ਲੈ ਕੇ ਆਉਣਾ, ਬਿਕੋਜ਼ 5 ਸਾਲ ਦਾ ਬੱਚਾ ਕਿੰਨਾ ਕੁ ਹੁੰਦਾ, ਔਰ ਮੈਂ ਕੀ ਉਹਨੂੰ ਡਾਕਟਰ ਅਤੇ ਇੰਜੀਨੀਅਰ ਬਣਾ ਲੈਂਦੀ, ਠੀਕ ਹੈ ਨਾ। ਉਹ ਤਾਂ ਬਸ ਠੀਕ ਹੈ ਇੱਕ ਕੋਇੰਸੀਡੈਂਸ ਹੋ ਗਿਆ, ਉਹਨੂੰ ਇੱਦਾਂ ਦਾ ਐਟਮੋਸਫੇਅਰ ਮਿਲਿਆ ਜਿੱਥੇ ਉਹ ਆਉਂਦਾ ਸੀ, ਠੀਕ ਹੈ ਨਾ। ਅਤੇ ਇਸ ਕਰਕੇ ਉਹ ਚੀਜ਼ ਉਹਦੇ ਅੰਦਰ ਕਲਟੀਵੇਟ ਹੋ ਗਈ। ਅਦਰਵਾਈਜ਼ ਅਸੀਂ ਇਹੀ ਚਾਹੁੰਦੇ ਸੀ ਕਿ ਮਿਧਾਂਸ਼ ਜੋ ਇਹਦੀ ਇੱਛਾ ਹੋਏਗੀ ਉਹੀ ਇਹ ਬਣ ਜਾਏਗਾ। ਮਤਲਬ ਅਸੀਂ ਕਦੇ ਇੱਥੇ ਥੋਪਿਆ ਨਹੀਂ ਗਾ। ਬਸ ਇਹੀ ਚਾਹੁੰਦੇ ਹਾਂ ਕਿ ਪੇਰੈਂਟਸ ਬੱਚਿਆਂ 'ਤੇ ਥੋਪਣ ਨਾ, ਬਲਕਿ ਉਹਨਾਂ ਨੂੰ ਸਪੋਰਟ ਕਰਨ, ਉਹਨਾਂ ਨੂੰ ਸਮਝਾਉਣ। ਅਗਰ ਉਹ ਕਿਸੇ ਵੀ ਲਾਈਨ ਨੂੰ ਉਹਨਾਂ ਨੂੰ ਲੱਗਦਾ ਕਿ ਨਹੀਂ ਸਹੀ ਹੈ ਤਾਂ ਉਹਦੇ ਅੱਛੀਆਂ ਬੁਰੀਆਂ ਚੀਜ਼ਾਂ ਉਹਨਾਂ ਨੂੰ ਦੱਸਣ
ਕਿ ਕੀ ਇਹਦੇ ਨੈਗੇਟਿਵ ਇੰਪੈਕਟ ਹੈ ਕਿ ਪੋਜ਼ਿਟਿਵ, ਉਹਨਾਂ ਨਾਲ ਐਜ਼ ਅ ਫਰੈਂਡ ਗੱਲ ਕਰਨ, ਨਾ ਕਿ ਐਜ਼ ਅ ਪੇਰੈਂਟਸ ਗੱਲ ਕਰਨ। ਇਹ ਬਹੁਤ ਇੰਪੋਰਟੈਂਟ ਹੈ। ਤੁਹਾਡੀ ਗੱਲ ਕੀਤੀ ਜਾਵੇ ਤੇ ਕਹਿੰਦੇ ਨੇ ਮਤਲਬ ਜਿਹੜੇ ਮੈਨਸ ਜਾਂ ਆਦਮੀ ਨੇ ਜ਼ਿਆਦਾਤਰ ਐਕਸਪ੍ਰੈਸਿਵ ਨਹੀਂ ਹੁੰਦੇ। ਸਭ ਤੋਂ ਪਹਿਲਾਂ ਜਦੋਂ ਅਚੀਵਮੈਂਟ ਹਾਸਲ ਕੀਤੀ ਗਈ ਮੈਦਾਸ਼ ਦੇ ਵੱਲੋਂ, ਕਿਵੇਂ ਦਾ ਐਕਸਪ੍ਰੈਸ਼ਨ ਸੀ? ਜਿਹੜੀ ਇਹਦੀ ਸਭ ਤੋਂ ਪਹਿਲਾਂ ਅਚੀਵਮੈਂਟ ਸੀਗੀ, ਯੰਗੈਸਟ ਵੈਬਸਾਈਟ ਡਿਵੈਲਪਰ ਸੀਗਾ ਇਹਦਾ, ਜਿਹੜਾ ਰਿਕਾਰਡ ਰਜਿਸਟਰ ਹੋਇਆ ਸੀਗਾ ਇੰਡੀਆ ਬੁੱਕ ਆਫ ਰਿਕਾਰਡਸ ਦੇ ਅੰਦਰ। ਔਰ 21 ਜੂਨ ਜਿਹੜੀ .com ਹੈ ਇਹਨੇ ਵੈਬਸਾਈਟ ਬਣਾਈ ਸੀਗੀ, ਤਾਂ ਡੈਟ ਵਾਜ਼ ਵੈਰੀ ਪ੍ਰਾਊਡ ਮੂਮੈਂਟ ਫॉर ਅਸ। ਔਰ ਉਸ ਤੋਂ ਵੀ ਪਹਿਲਾਂ ਅਗਰ ਮੈਂ ਕਹਾਂਗੀ, ਸ਼ਾਇਦ ਉਸ ਤੋਂ ਪਹਿਲਾਂ ਇੱਕ ਅਚੀਵਮੈਂਟ ਆਪਾਂ ਆਲਰੇਡੀ ਆਪਣੀ ਲਾਈਫ 'ਚ ਲੈ ਚੁੱਕੇ ਸੀਗੇ, ਜਦੋਂ ਇਹਨੇ ਆਪਣੀ ਮੈਂ ਜਿੱਦਾਂ ਗੱਲ ਕੀਤੀ ਕਿ ਆਪਣਾ ਸਪਾਰਕ ਦਿਖਾਇਆ, ਆਪਣਾ ਇੱਕ ਟੈਲੈਂਟ ਦਿਖਾਇਆ। ਇਹ ਤਾਂ ਚਲੋ ਉਹਨੂੰ ਬਾਅਦ 'ਚ ਉਹਨੇ ਕਲਟੀਵੇਟ ਕੀਤਾ। ਤੇ ਅਦਰਵਾਈਜ਼ ਮੈਂ ਇੱਕ ਚੀਜ਼ ਇੰਪੋਰਟੈਂਟਲੀ ਇੱਕ ਕਹਿਣਾ ਚਾਹਾਂਗਾ ਕਿ ਕਈ ਵਾਰੀ ਆਪਾਂ ਆਪਣੇ ਮਾਈਂਡ ਦੇ ਹਿਸਾਬ ਨਾਲ ਚੱਲਦੇ ਹਾਂ ਕਿ ਨਹੀਂ ਠੀਕ ਹੈ ਜੀ, ਆਪਣਾ ਜੋ ਮਾਈਂਡ ਸੋਚਦਾ ਹੈ ਕਿ ਆਪਾਂ ਇੰਨਾ ਕੁ ਕਰ ਸਕਦੇ ਹਾਂ ਤਾਂ ਸਾਡਾ ਬੱਚਾ ਵੀ ਇੰਨਾ ਕੁ ਹੀ ਕਰ ਸਕਦਾ ਹੈ। ਮੈਨੂੰ ਲੱਗਦਾ ਕਿ ਉਹ ਬੈਰੀਅਰ ਨੂੰ ਤੋੜਨਾ ਜ਼ਰੂਰੀ ਹੈਗਾ, ਕਿਉਂਕਿ ਇਹਨੇ ਉਹ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਕਰਨੀਆਂ ਸ਼ੁਰੂ ਕਰਤੀ ਸੀਗੀ, ਮਤਲਬ ਉਹਨੂੰ ਦੇਖ ਕੇ ਸਾਨੂੰ ਲੱਗਿਆ ਕਿ ਨਹੀਂ ਇਹ ਜਿਹੜਾ ਹੈਗਾ ਆਪਣੇ ਬੈਰੀਅਰ ਤੋਂ ਕ੍ਰਾਸ ਕਰ ਰਿਹਾ। ਤਾਂ ਡੈਟ ਵਾਜ਼ ਆਈ ਥਿੰਕ ਜਿਹੜਾ ਹੈਗਾ ਪ੍ਰਾਊਡ ਮੂਮੈਂਟ ਉਦੋਂ ਤੋਂ ਸ਼ੁਰੂ ਹੋ ਗਏ ਸੀਗੇ, ਤੇ ਕਿ ਹਾਂ ਇਹ ਮੇਰਾ ਪ੍ਰਾਊਡ ਦੀ ਗੱਲ ਹੈਗੀ ਹੈ, ਇਹ ਚੀਜ਼ ਇੱਦਾਂ ਕਰ ਰਿਹਾ, ਠੀਕ ਹੈ। ਔਰ ਉਹਦੇ ਵਾਸਤੇ ਕੀ ਸੀਗਾ, ਇਹਨੂੰ ਇਨਵਾਇਰਨਮੈਂਟ ਮਿਲ ਗਿਆ, ਠੀਕ ਹੈ, ਇਹਦੇ ਨਾਲ ਓਪਰਚੁਨਿਟੀਜ਼ ਹੋ ਗਈਆਂ। ਮੈਂ ਤੁਹਾਨੂੰ ਇੱਥੇ ਟੋਕ ਰਹੀ ਹਾਂ, ਸੌਰੀ। ਇਨਵਾਇਰਨਮੈਂਟ ਜਿਵੇਂ ਮੈਮ ਨੇ ਵੀ ਐਕਸਪਲੇਨ ਕੀਤਾ, ਮੈਦਾਸ਼ ਨੂੰ ਇੱਕ ਵੱਖਰਾ ਐਨਵਾਇਰਨਮੈਂਟ ਮਿਲ ਗਿਆ। ਆਸ-ਪਾਸ ਦਾ ਉਹਦਾ ਵਾਤਾਵਰਣ ਅਜਿਹਾ ਸੀ, ਮਾਤਾ ਪਿਤਾ ਵੀ ਕਹਿ ਸਕਦੇ ਹਾਂ ਕਿ ਕੁਆਲੀਫਾਈਡ ਸੀਗੇ। ਪਰ ਜਿਹੜੇ ਬੱਚਿਆਂ ਨੂੰ ਅਜਿਹੀਆਂ ਫੈਸਿਲਿਟੀ ਨਹੀਂ ਮਿਲਦੀਆਂ, ਜਾਂ ਫਿਰ ਕਈ ਬੱਚਿਆਂ ਦੇ ਜਿਹੜੇ ਮਾਪੇ ਹੁੰਦੇ ਆ, ਉਹ ਉਹਨਾਂ ਦੇ ਅੱਗੇ ਕਈ ਪਰੇਸ਼ਾਨੀਆਂ ਹੀ ਇੱਦਾਂ ਦੀ ਹੁੰਦੀਆਂ ਵੀ ਉਹ ਉਹਨਾਂ ਦਾ ਉਸ ਤਰੀਕੇ ਨਾਲ ਸਾਥ, ਉਹਨਾਂ ਮਾਪਿਆਂ ਨੂੰ ਤੁਸੀਂ ਕੀ ਅਪੀਲ ਜਾਂ ਕੀ ਸੰਦੇਸ਼ ਕਰਨਾ ਚਾਹੁੰਦੇ ਹੋ? ਮੈਂ ਉਹਨਾਂ ਵਾਸਤੇ ਦੇਖੋ ਇਹ ਚੀਜ਼ ਕਹੂੰਗਾ ਕਿ ਇਨਵਾਇਰਨਮੈਂਟ ਠੀਕ ਹੈ ਤੁਹਾਡੀ ਗੱਲ, ਕਿ ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ, ਜਾਂ ਫਿਰ ਉਹਨਾਂ ਕੋਲ ਇਹਦੇ ਕੋਲ ਠੀਕ ਹੈ ਇੱਕ ਕੰਪਿਊਟਰ, ਇਹਦੇ ਮਤਲਬ ਸਟੂਡੈਂਟਸ ਸੀਗੇ, ਉਹਨਾਂ ਦੇ ਨਾਲ ਬੈਠ ਕੇ ਇਹਨੇ ਆਪਣੇ ਜਿਹੜਾ ਕਲਟੀਵੇਟ ਕਰ ਲਿਆ ਨੌਲੇਜ, ਜਿਹੜੀ ਇਹਨੇ ਆਪਣੀ ਕਲਟੀਵੇਟ ਕੀਤੀ। ਬਟ ਉਹਨਾਂ ਵਾਸਤੇ ਇੱਕ ਚੀਜ਼ ਇੰਪੋਰਟੈਂਟ ਹੈਗੀ ਕਿ ਐਕਸਪੈਰੀਮੈਂਟੇਸ਼ਨ ਇਜ਼ ਦਾ ਓਨਲੀ ਕਨਸੈਪਟ ਜਿਹੜਾ ਹੈਗਾ ਜਿਹਦੇ ਨਾਲ ਉਹ ਕਰ ਸਕਦੇ ਆ, ਠੀਕ ਹੈ। ਉਹਨਾਂ ਕੋਲੋਂ ਕਈ ਚੀਜ਼ਾਂ ਰਿਸੋਰਸਿਸ ਨਹੀਂ ਹੋਣਗੀਆਂ, ਬਟ ਮਾਰਕੀਟ ਦੇ ਅੰਦਰ ਕਹਿ ਲਓ ਜਾਂ ਫਿਰ ਸੋਸਾਇਟੀ ਦੇ ਅੰਦਰ ਕਹਿ ਲਓ ਕਿ ਬੱਚਿਆਂ ਨੂੰ ਕਲਟੀਵੇਟ ਕਰਨ ਵਾਸਤੇ ਡਿਫਰੈਂਟ ਜਿਹੜੇ ਹੈਗੇ ਆ ਇੰਸਟੀਚਿਊਟਸ ਅਵੇਲੇਬਲ ਹੈਗੇ ਆ, ਡਿਫਰੈਂਟ ਜਿਹੜੀ ਹੈਗੀ ਆ ਆਪਣੀ ਐਕਟੀਵਿਟੀਜ਼ ਅਵੇਲੇਬਲ ਹੈਗੀ ਹੈ, ਜਾਂ ਫਿਰ ਸਕੂਲਾਂ ਦੇ ਅੰਦਰ ਹੀ ਬਹੁਤ ਸਾਰੀਆਂ ਐਕਟੀਵਿਟੀਜ਼ ਕਰਾਉਂਦੇ ਆ। ਅਤੇ ਕਈ ਵਾਰੀ ਆਪਾਂ ਉਹਨਾਂ ਨੂੰ ਰੋਕ ਦਿੰਦੇ ਕਿ ਨਹੀਂ ਤੂੰ ਕੀ ਕਰਨਾ ਜਾ ਕੇ, ਆ ਤੇਰੇ ਬਸ ਦਾ ਕੰਮ ਨਹੀਂ ਹੈਗਾ, ਤੂੰ ਇਹ ਨਹੀਂ ਕਰ ਸਕਦਾ, ਤੂੰ ਉਹ ਨਹੀਂ ਕਰ ਸਕਦਾ। ਅਤੇ ਮੈਨੂੰ ਲੱਗਦਾ ਉਹਨਾਂ ਨੂੰ ਪਾਰਟੀਸਿਪੇਸ਼ਨਸ ਹਮੇਸ਼ਾ ਉਹਨਾਂ ਨੂੰ ਬੱਚਿਆਂ ਨੂੰ ਕਰਵਾਉਣੀ ਚਾਹੀਦੀ ਹੈ। ਔਰ ਇੱਕ ਜਿਹੜੀ ਇੰਪੋਰਟੈਂਟ ਚੀਜ਼ ਹੈ ਕਿ ਜਿਹੜੀ ਨੋ ਥਿਊਰੀ ਹੈਗੀ ਹੈ ਕਿ ਤੂੰ ਆ ਨਹੀਂ ਕਰ ਸਕਦਾ ਬੇਟੇ, ਤੇਰੇ ਵਾਸਤੇ ਹੀ ਨਹੀਂ ਹੈਗਾ। ਤੁਸੀਂ ਤਾਂ ਗੱਲ ਕਰ ਰਹੇ ਹੋ ਕਿ ਚਲੋ ਕਲਟੀਵੇਟ ਕਰਨ ਦੀ, ਆਪਾਂ ਤਾਂ ਜਨਰਲ ਘਰਾਂ ਦੇ ਅੰਦਰ ਹੀ ਇਹ ਚੀਜ਼ਾਂ ਆਮ ਜਿਹੜੀਆਂ ਲੋਕਾਂ ਦੇ ਮਾਂ-ਬਾਪ ਤੋਂ ਸੁਣਨ, ਉਹ ਬੇਟੇ ਤੂੰ ਇੱਧਰ ਬਹਿ ਜਾ, ਤੇਰੇ ਬਸ ਦਾ ਕੰਮ ਨਹੀਂ ਹੈਗਾ, ਤੂੰ ਇੱਦਾਂ ਨਾ ਕਰ, ਤੂੰ ਉੱਦਾਂ ਨਾ ਕਰ। ਕਿੰਨੀ ਵਾਰੀ ਤਾਂ ਆਪਾਂ ਨੋ ਕਰਦੇ ਰਹਿੰਦੇ ਹਾਂ, ਅਤੇ ਉਹਦੇ ਫਿਰ ਉਹ ਯੈਸ ਮੈਨ ਕਦੋਂ ਬਣੂਗਾ, ਕਦੇ ਵੀ ਨਹੀਂ ਬਣ ਸਕਦਾ ਉਹ। ਅਤੇ ਸਾਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਜਿਹੜਾ ਇਨਵਾਇਰਨਮੈਂਟ ਹੈਗਾ ਉਹ ਆਪਣਾ ਘਰ ਦਾ ਹੀ ਹੋਣਾ ਚਾਹੀਦਾ ਹੈ, ਉਹਨੂੰ ਹਮੇਸ਼ਾ ਬੈਕਅਪ ਕਰਨਾ ਚਾਹੀਦਾ ਹੈ ਕਿ ਯੈਸ ਯੂ ਕੈਨ ਡੂ ਇਟ। ਈਵਨ ਆਪਣੇ ਮਾਈਂਡ ਦੇ ਅੰਦਰ ਵੀ ਯੈਸ ਮੈਨ ਲੈ ਕੇ ਆਉਣਾ ਚਾਹੀਦਾ ਹੈ ਕਿ ਹਾਂ ਇਹ ਕਰ ਸਕਦਾ ਹੈ। ਹਾਂ ਐਕਸਪੈਰੀਮੈਂਟ ਜ਼ਰੂਰੀ ਹੈਗੇ ਹੈ ਕਿ ਹੁਣ ਇਹ ਕੀ ਕੰਮ ਕਰ ਸਕਦਾ ਹੈ, ਉਹਦੇ ਰਿਲੇਟਡ ਉਹਨੂੰ ਜਿਹੜੀ ਹੈਗੀ ਡਿਫਰੈਂਟ ਓਪਰਚੁਨਿਟੀਜ਼ ਦਿੱਤੀਆਂ ਜਾਣ। ਗੱਲ ਕੀਤੀ ਜਾਵੇ ਕਾਫੀ ਅਚੀਵਮੈਂਟਸ ਜਿਹੜੀਆਂ ਤੁਹਾਡੇ ਬੱਚੇ ਦੇ ਵੱਲੋਂ ਪ੍ਰਾਪਤ ਕੀਤੀਆਂ ਗਈਆਂ, ਸਰਕਾਰ ਵੱਲੋਂ ਕੋਈ ਇਸ ਨੂੰ ਲੈ ਕੇ ਮਦਦ ਕੀਤੀ ਗਈ ਹੈ? ਜਿੱਦਾਂ ਜਿਹੜੀ ਆਪਣੀ ਸੈਂਟਰਲ ਗਵਰਨਮੈਂਟ ਹੈਗੀ ਹੈ, ਆਪਣੇ ਅਗਰ ਆਪਾਂ ਉਹਦੀ ਗੱਲ ਕਰੀਏ, ਪ੍ਰਧਾਨ ਮੰਤਰੀ ਬਾਲ ਪੁਰਸਕਾਰ ਸੀਗਾ, ਉਹਨਾਂ 'ਚ ਇੱਕ ਸਕਾਲਰਸ਼ਿਪ ਜਿਹੜੀ ਸੀਗੀ 1 ਲੱਖ ਰੁਪੀਜ਼ ਦੀ, ਉਹ ਉਹਨਾਂ ਨੇ ਆਪਣੇ ਜਿਹੜੀ ਹੈਗੀ ਐਜ਼ ਏ ਫਾਈਨੈਂਸ਼ੀਅਲ ਕਾਈਂਡ ਆਫ ਜਿਹੜੀ ਸਪੋਰਟ ਕਹਿ ਸਕਦੇ ਹੋ, ਜੋ ਸਾਰੇ ਦੇ ਸਾਰੇ 29 ਜਿਹੜੇ ਬੱਚੇ ਸੀਗੇ, 29 ਬੱਚੇ ਸੀਗੇ, ਸਾਰਿਆਂ ਨੂੰ ਦਿੱਤੀ ਗਈ ਸੀਗੀ। ਬਟ ਅਗਰ ਆਪਾਂ ਕਹੀਏ ਕਿ ਸਪੈਸ਼ਲ ਕੋਈ ਇਸ ਤਰ੍ਹਾਂ ਦੀ ਹੈਗਾ ਕਿ ਨਹੀਂ, ਆਪਾਂ ਕਦੀ ਆਪ ਡਿਮਾਂਡ ਵੀ ਨਹੀਂ ਕੀਤੀ, ਨਾ ਉਹਨਾਂ ਨੇ ਕੋਈ ਇਸ ਤਰ੍ਹਾਂ, ਅਗਰ ਆਪਾਂ ਲੋਕਲ ਸਟੇਟ ਗਵਰਨਮੈਂਟ ਦੀ ਗੱਲ ਕਰੀਏ, ਉਹਨਾਂ ਨੇ ਪ੍ਰੋਵਾਈਡ ਕੀਤੀ। ਹਾਂ ਉਹਨਾਂ ਵੱਲੋਂ ਐਪਰੀਸ਼ੀਏਸ਼ਨ ਜਿਹੜੀ ਹੈਗੀ ਹੈ ਸਮੇਂ ਦੇ ਹਿਸਾਬ ਨਾਲ ਉਹਨਾਂ ਨੇ ਸਾਨੂੰ ਦਿੱਤੀ ਹੈ। ਬਹੁਤ ਬਹੁਤ ਧੰਨਵਾਦ। ਸੋ ਇੱਕ ਵੱਖਰੀਆਂ ਬੁਲੰਦੀਆਂ ਹਾਸਲ ਕਰਨ ਵਾਲੇ ਮੈਦਾਸ਼, ਮਹਿਜ 12 ਸਾਲਾਂ ਦਾ ਬੱਚਾ ਜੋ ਕਿ 7ਵੀਂ ਕਲਾਸ ਦੇ ਵਿੱਚ ਪੜ੍ਹਦਾ ਹੈ। ਤੁਸੀਂ ਉਸ ਦੀਆਂ ਗੱਲਾਂ ਬਾਤਾਂ ਵੀ ਸੁਣੀਆਂ ਹੋਣਗੀਆਂ ਕਿ ਕਿਵੇਂ ਕੱਲੀ ਗੱਲ ਦੇ ਵਿੱਚ ਉਸ ਵੱਲੋਂ ਵੱਖਰੇ ਤਰੀਕੇ ਦੇ ਨਾਲ ਸਭ ਕੁਝ ਬਿਆਨ ਕੀਤਾ ਗਿਆ ਤੇ ਮੋਟੀਵੇਸ਼ਨ ਕਰਦਾ ਨਜ਼ਰ ਆਇਆ। ਉੱਥੇ ਹੀ ਮਾਪਿਆਂ ਦੀ ਜੇਕਰ ਗੱਲ ਕੀਤੀ ਜਾਵੇ, ਮਾਪਿਆਂ ਦੇ ਵੱਲੋਂ ਕਿਹਾ ਗਿਆ ਕਿ ਬਾਕੀ ਜਿਹੜੇ ਲੋਕ ਨੇ ਜਾਂ ਫਿਰ ਬਾਕੀ ਮਾਪੇ ਨੇ, ਉਹਨਾਂ ਦੇ ਵੱਲੋਂ ਇੱਕ ਤਾਂ ਨੋ ਥਿਊਰੀ ਨਹੀਂ ਹੋਣੀ ਚਾਹੀਦੀ। ਬੇਸ਼ੱਕ ਤੁਹਾਡੇ ਸੋਰਸਿਸ ਘੱਟ ਨੇ, ਪਰ ਬਾਵਜੂਦ ਸੋਰਸਿਸ ਘੱਟ ਹੋਣ ਦੇ ਤੁਸੀਂ ਆਪਣੇ ਬੱਚਿਆਂ ਨੂੰ ਮੋਟੀਵੇਟ ਸ਼ੁਰੂ ਤੋਂ ਘਰ ਤੋਂ ਹੀ ਕਰਕੇ ਨੋ ਥਿਊਰੀ ਘਟਾ ਕੇ, ਤੇ ਦੂਜਾ ਆਪਣਾ ਸੁਪਨਾ ਆਪਣੇ ਬੱਚਿਆਂ ਦੇ ਉੱਤੇ ਨਾ ਥੋਪ ਕੇ ਆਪਣੇ ਬੱਚਿਆਂ ਨੂੰ ਅੱਗੇ ਵਧਣ ਦੇ ਵਿੱਚ ਮਦਦ ਕਰ ਸਕਦੇ ਹੋ। ਉਹਦੇ ਦੂਸਰੇ ਪਾਸੇ ਮੈਦਾਨ ਦੀ ਗੱਲ ਕੀਤੀ ਜਾਵੇ ਤਾਂ ਮੈਦਾਨ ਦੀਆਂ ਅਚੀਵਮੈਂਟਸ ਜਿਹੜੀਆਂ ਨੇ ਉਹ ਸਭ ਬੱਚਿਆਂ ਨੂੰ ਪ੍ਰੇਰਿਤ ਕਰਦੀਆਂ ਨੇ। ਕੈਮਰਾਮੈਨ ਪ੍ਰਵੀਨ ਦੇ ਨਾਲ ਮਮਤਾ, ਸਕਾਈ ਨਿਊਜ਼ ਪੰਜਾਬ, ਜਲੰਧਰ।